गुड मॉर्निंग स्टूडेंट्स, प्यारे बच्चों। ਅਸੀਂ ਆਪਣੇ ਲਾਸਟ ਲੈਕਚਰ ਦੇ ਵਿੱਚ ਟੈਰੀਪਾਈਲ ਫੈਬਰਿਕ ਡਿਸਕਸ ਕਰਦੇ ਪਏ ਸੀ। ਟੈਰੀਪਾਈਲ ਫੈਬਰਿਕ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਟੈਰੀਪਾਈਲ ਫੈਬਰਿਕ ਹੈ ਇਹ ਵਾਰਪਾਈਲ ਫੈਬਰਿਕ ਹੈ ਤੇ ਇਹ ਜਿਹੜਾ ਫੈਬਰਿਕ ਹੈ ਮੇਨਲੀ ਟਾਵਲ ਫੈਬਰਿਕ ਨੂੰ ਪ੍ਰੋਡਿਊਸ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। ਨਾਲੇ ਇਹ ਵੀ ਦੱਸਿਆ ਸੀ ਕਿ ਅਗਰ ਅਸੀਂ ਟੈਰੀਪਾਈਲ ਫੈਬਰਿਕ ਨੂੰ ਅਗਰ ਅਸੀਂ ਲੂਮ ਤੇ ਪ੍ਰੋਡਿਊਸ ਕਰਨਾ ਤਾਂ ਅਸੀਂ ਉਸ ਨੂੰ ਪ੍ਰੋਡਿਊਸ ਕਰਦੇ ਹਾਂ ਵਿਦ ਦੀ ਹੈਲਪ ਆਫ ਟੈਰੀ ਮੋਸ਼ਨ। ਨਾਲ ਹੀ ਟੈਰੀ ਵੀਵ ਦੀ ਇੰਪੋਰਟੈਂਟ ਕਰੈਕਟਰਿਸਟਿਕਸ ਕੀ ਸੀ ਉਹ ਅਸੀਂ ਡਿਸਕਸ ਕੀਤੇ ਸੀ। ਨੈਕਸਟ ਟੈਰੀ ਵੀਵ ਦੀ ਕਲਾਸੀਫਿਕੇਸ਼ਨਸ ਕੀ ਸੀ ਉਹ ਅਸੀਂ ਸਾਰੀਆਂ ਆਪਣੇ ਲਾਸਟ ਵੀਡੀਓ ਲੈਕਚਰ ਦੇ ਵਿੱਚ ਡਿਸਕਸ ਕੀਤੀਆਂ ਸੀ। ਹੁਣ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਇੱਕ ਇੱਕ ਕਰਕੇ ਹਰ ਇੱਕ ਟਾਈਪ ਨੂੰ ਡਿਸਕਸ ਕਰਾਂਗੇ ਤੇ ਉਸ ਨੂੰ ਕਿਸ ਤਰ੍ਹਾਂ ਅਸੀਂ ਗ੍ਰਾਫ ਪੇਪਰ ਤੇ ਕੰਸਟਰਕਟ ਕਰ ਸਕਦੇ ਹਾਂ। ਇਹ ਸਾਰੇ ਮੈਥਡ ਅਸੀਂ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਪਹਿਲੀ ਜਿਹੜੀ ਟਾਈਪ ਤੁਹਾਨੂੰ ਲਾਸਟ ਲੈਕਚਰ ਦੇ ਵਿੱਚ ਦੱਸੀ ਸੀ, ਪਹਿਲੀ ਸੀ ਸਿੰਗਲ ਫੇਸ ਟੈਰੀਪਾਈਲ। ਸਿੰਗਲ ਫੇਸ ਟੈਰੀਪਾਈਲ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਇਸ ਟਾਵਲ ਫੈਬਰਿਕ ਦੇ ਉੱਤੇ ਲੂਪਸ ਫਾਰਮੇਸ਼ਨ ਹੁੰਦੀਆਂ ਔਨ ਦਾ ਸਿੰਗਲ ਸਾਈਡ ਆਫ ਦਾ ਫੈਬਰਿਕ। ਫੈਬਰਿਕ ਦੀ ਇੱਕ ਸਾਈਡ ਦੇ ਉੱਪਰ ਹੀ ਲੂਪ ਫਾਰਮੇਸ਼ਨ ਹੁੰਦੀ ਹੈ, ਉਸ ਦੀ ਬੈਕ ਸਾਈਡ ਤੇ ਲੂਪ ਫਾਰਮੇਸ਼ਨ ਨਹੀਂ ਹੁੰਦੀ। ਇਸ ਤਰ੍ਹਾਂ ਦੇ ਫੈਬਰਿਕ ਨੂੰ ਅਸੀਂ ਸਿੰਗਲ ਫੇਸ ਟੈਰੀਪਾਈਲ ਸਟਰਕਚਰ ਕਹਿੰਦੇ ਆ। ਇਸ ਦੇ ਵਿੱਚੋਂ ਕਹਿ ਰਿਹਾ ਕਿ ਇਨ ਦਿਸ type of fabric the terry loop protrude on one side of the fabric। ਇਸ particular fabric ਦੇ ਵਿੱਚ ਜਿਹੜੀਆਂ loops formation ਹੁੰਦੀਆਂ ਉਹ ਕੱਪੜੇ ਦੇ ਇੱਕ ਸਾਈਡ ਤੇ ਹੀ ਪ੍ਰੋਜੈਕਟ ਕਰਦੀਆਂ। other side of the fabric remain plain while ਉਹਦੀ back side ਜੋ ਕਿ other side ਹੈ ਉਹ ਬਿਲਕੁਲ plain ਰਹਿੰਦੀ ਹੈ, ਉਸ ਤੇ loops formation ਨਹੀਂ ਹੁੰਦੀ। second point ਉਹ ਕਹਿ ਰਿਹਾ ਕਿ this type of fabric is generally sold at low cost। ਅਤੇ ਇਸ ਤਰ੍ਹਾਂ ਦਾ ਜਿਹੜਾ ਟਾਵਲ ਫੈਬਰਿਕ ਬਣਦਾ ਜਿਸ ਦੇ ਉੱਤੇ ਲੂਪਸ ਫਾਰਮੇਸ਼ਨ ਇੱਕ ਹੀ ਸਾਈਡ ਤੋਂ ਹੋਣ, ਇਸ ਤਰ੍ਹਾਂ ਦਾ ਫੈਬਰਿਕ ਜਨਰਲੀ ਲੋ ਕੋਸਟ ਤੇ ਸੇਲ ਹੁੰਦਾ ਹੈ। ਹੁਣ ਰਾਈਟ ਸਾਈਡ ਤੇ ਇਹਦਾ ਤੁਸੀਂ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਦੇਖ ਰਹੇ ਹੋ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਲਾਸਟ ਲੈਕਚਰ ਦੇ ਵਿੱਚ ਵੀ ਕਿ ਜਿਹੜਾ ਟੈਰੀ ਵੀਵ ਹੈ ਉਹ ਅਸੀਂ 2 ਪਿਕ ਤੋਂ ਲੈ ਕੇ 6 ਪਿਕ ਤੱਕ ਬਣਾ ਸਕਦੇ ਹਾਂ। ਹੁਣ ਅਸੀਂ ਆਪਣੇ ਇਸ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਦੇ ਵਿੱਚ ਇਹ ਜਿਹੜਾ ਫਸਟ ਆਫ ਆਲ ਪਹਿਲਾ ਡਿਜ਼ਾਈਨ ਹੈ ਇਹ 3 ਪਿਕ ਦਾ ਡਿਜ਼ਾਈਨ ਹੈ। 3 ਪਿਕ ਟੈਰੀ, ਸੈਕੰਡ ਡਿਜ਼ਾਈਨ 4 ਪਿਕ ਟੈਰੀ, ਥਰਡ ਡਿਜ਼ਾਈਨ 5 ਪਿਕ ਟੈਰੀ ਐਂਡ 6 ਡਿਜ਼ਾਈਨ 6 ਪਿਕ ਟੈਰੀ। ਮੀਨਸ ਇਹ 3 ਪਿਕਸ ਨੂੰ ਲੈ ਕੇ ਇਹ ਵਾਲਾ ਡਿਜ਼ਾਈਨ ਕ੍ਰੀਏਟ ਕੀਤਾ ਗਿਆ। ਸੈਕੰਡ 4 ਪਿਕ ਇਨਸਰਟ ਕਰਕੇ ਇਹ ਵਾਲਾ ਟੈਰੀ ਵੀਵ ਦਾ ਡਿਜ਼ਾਈਨ ਕ੍ਰੀਏਟ ਕੀਤਾ ਗਿਆ। ਥਰਡ 5 ਪਿਕ ਇਨਸਰਟ ਕਰਕੇ ਇਹ ਟੈਰੀ ਵੀਵ ਦਾ ਡਿਜ਼ਾਈਨ ਕ੍ਰੀਏਟ ਕੀਤਾ ਗਿਆ ਤੇ ਲਾਸਟ ਵਨ 6 ਪਿਕ ਇਨਸਰਟ ਕਰਕੇ ਇਹ ਵਾਲਾ ਟੈਰੀ ਵੀਵ ਦਾ ਡਿਜ਼ਾਈਨ ਸਿੰਗਲ ਫੇਸ ਟੈਰੀ ਵੀਵ ਇਹ ਵਾਲਾ ਕ੍ਰੀਏਟ ਕੀਤਾ ਗਿਆ। ਫਸਟ ਆਫ ਆਲ ਤੁਸੀਂ 3 ਪਿਕ ਟੈਰੀ ਦਾ ਡਿਜ਼ਾਈਨ ਦੇਖੋ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਹੈ ਕਿ ਇਸ ਟੈਰੀ ਵੀਵ ਦੇ ਵਿੱਚ ਅਸੀਂ ਦੋ ਤਰ੍ਹਾਂ ਦਾ ਵਾਰਪ ਯੂਜ਼ ਕਰਦੇ ਹਾਂ, ਇੱਕ ਗਰਾਊਂਡ ਦਾ ਧਾਗਾ ਤੇ ਇੱਕ ਪਾਇਲ ਦਾ ਧਾਗਾ। ਹੁਣ ਅਸੀਂ ਇਹਦੇ ਵਾਰਪ ਦੇ ਵਿੱਚ ਕੀ ਹੈ, ਇੱਕ ਗਰਾਊਂਡ ਦਾ ਧਾਗਾ ਜਿਸ ਨੂੰ ਅਸੀਂ G1 ਕਹਤਾ, ਇੱਕ ਪਾਇਲ ਦਾ ਧਾਗਾ ਜਿਸ ਨੂੰ ਅਸੀਂ P1 ਕਹਤਾ। ਸੈਕਿੰਡ ਫੇਰ ਗਰਾਊਂਡ ਦਾ ਧਾਗਾ G ਉਸ ਨੂੰ G2 ਕਹਤਾ ਤੇ ਨੈਕਸਟ ਫੇਰ ਪਾਇਲ ਦਾ ਧਾਗਾ ਉਸ ਨੂੰ P2 ਕਹਤਾ। ਹੁਣ ਜਿੱਥੇ ਜਿੱਥੇ ਗਰਾਊਂਡ ਹੈ ਉੱਥੇ ਤੁਸੀਂ ਸਾਡੇ ਕੋਲ ਟੋਟਲ 3 ਪਿਕਸ ਪੈ ਰਹੀਆਂ ਤੇ ਇਹਦੇ ਵਿੱਚ ਅਸੀਂ 2 ਅਪ 1 ਡਾਊਨ ਦੀ ਰਿਬ ਇਨਸਰਟ ਕਰਤੀ, ਰੈੱਡ ਜੋ ਕਿ ਰੈੱਡ ਕਲਰ ਦੇ ਨਾਲ ਮਾਰਕ ਕੀਤੀ ਗਈ ਹੈ। ਇਹ ਤੁਹਾਡੀ ਹੋ ਗਈ ਗਰਾਊਂਡ 1 ਤੇ 2 ਅਪ 1 ਡਾਊਨ। ਜਿਹੜਾ ਦੂਸਰਾ ਗਰਾਊਂਡ ਹੈ ਉਹ 2 ਡਾਊਨ 1 ਅਪ। ਇਹ ਗਰਾਊਂਡ ਵੀਵ ਹੈ ਜੋ ਅਸੀਂ ਇਸ ਦੇ ਵਿੱਚ ਭਰਨੀ ਹੈ। ਹੁਣ ਪਾਇਲ ਦਾ ਧਾਗਾ ਤੁਸੀਂ ਰੇਸ ਕਰ ਦੇਣਾ ਹੈ ਇੱਕ ਡਾਊਨ ਕਰਕੇ 2 ਅਪ। दूसरा भी पायल का धागा सेम वर्क करेगा क्योंकि इसने पायल सिर्फ सिंगल साइड ते ही फॉर्म करनी है। हुण इसका क्रॉस सैक्शन देखो, पहले रेड कलर दे विच देखो टोटल 3 पिक का डिजाइन है, असी डबल रिपीट ली है 6 पिक्स डाल दी है। ये 1 2 3 1 2 3 डबल पिक शो करती है, मीन 6 पिक्स शो करती हैं। हुण देखो साडे कोल जिहड़ी ग्राउंड ਦੇ ਵਿੱਚ ਕੀ ਵਰਕਿੰਗ ਹੈ 2 ਅਪ 1 ਡਾਊਨ ਤੇ ਦੂਸਰਾ ਵਰਕ ਕਰਦਾ ਉਹਦੇ ਉਲਟ ਕੰਮ ਕਰਦਾ ਪਿਆ 2 ਡਾਊਨ 1 ਅਪ। ਅਸੀਂ ਇੱਥੋਂ ਸ਼ੁਰੂ ਕੀਤਾ ਗਰਾਊਂਡ ਦਾ ਧਾਗਾ, ਗਰਾਊਂਡ ਦੀ ਵਰਕਿੰਗ 2 ਅਪ 1 ਡਾਊਨ ਫਿਰ 2 ਅਪ 1 ਡਾਊਨ। ਦੂਸਰਾ ਗਰਾਊਂਡ ਦਾ ਧਾਗਾ ਉਹਦੇ ਉਲਟ ਕੰਮ ਕਰਦਾ ਪਿਆ, ਉਹ 2 ਡਾਊਨ 1 ਅਪ 2 ਡਾਊਨ 1 ਅਪ। ਇਹ ਹੋ ਗਈ ਗਰਾਊਂਡ ਦੀ ਵਰਕਿੰਗ। ਹੁਣ ਤੁਸੀਂ ਪਾਇਲ ਦੇ ਧਾਗੇ ਦੀ ਵਰਕਿੰਗ ਲਾਣੀ ਹੈ। ਪਾਇਲ ਦੇ ਧਾਗੇ ਦੀ ਕਿਸ ਤਰ੍ਹਾਂ ਵਰਕਿੰਗ ਹੈ 1 ਡਾਊਨ 2 ਅਪ, दूसरा पायल का धागा भी 1 डाउन 2 अप। सो ये
इस तरह 1 डाउन ਇਹ ਲੂਪ ਬਣ ਗਈ 2 ਅਪ 1 डाउन 2 ਅਪ ਇਹ ਇਹਦਾ ਬਣ ਜਾਏਗਾ ਵਾਰ ਕ੍ਰੋਸ ਸੈਕਸ਼ਨ ਠੀਕ ਹੈ ਇੱਕ ਚੀਜ਼ ਦਾ ਧਿਆਨ ਰੱਖਣਾ ਜਿੰਨੀ ਲੰਬੀ ਇਹ ਲੂਪ ਹੋਏਗੀ ਜਿੰਨਾ ਅਸੀਂ ਲੰਬੇ ਵਾਰ ਵੈਫਟ ਦੇ ਫਲੋਰ ਦੇ ਉੱਤੋਂ ਵਾਰ ਦਾ ਧਾਗਾ ਲੈ ਕੇ ਜਾਵਾਂਗੇ ਉਨੀ ਜ਼ਿਆਦਾ ਲੰਬੀ ਸਾਡੀ ਲੂਪ ਫਾਰਮੇਸ਼ਨ ਬਣੇਗੀ ਕੱਪੜੇ ਦੇ ਸਰਫੇਸ ਦੇ ਉੱਤੇ ਇਹ ਸੀ ਸਾਡਾ 3 ਪਿਕ ਟੈਰੀ ਦਾ ਹੁਣ 4 ਪਿਕ ਟੈਰੀ ਦਾ ਵਿੱਚ ਕੀ ਹੈ ਅਸੀਂ ਇਸ ਦੇ ਵਿੱਚ 4 ਪਿਕ ਇਨਸਰਟ ਕਰਤੀਆਂ ਸੇਮ ਉੱਥੇ ਉਸੇ ਤਰ੍ਹਾਂ ਹੀ ਵਾਰ ਪੈਟਰਨ ਸੇਮ ਰਹੇਗਾ ਹੁਣ ਗਰਾਊਂਡ 'ਚ ਸਾਡੇ 4 ਧਾਗੇ ਹੋ ਗਏ ਨੇ ਅਸੀਂ ਇਹਨਾਂ ਵਿੱਚ ਪਲੇਨ ਵੀ ਭਰ ਸਕਦੇ ਹਾਂ 1 ਅਪ 1 ਡਾਊਨ 1 ਅਪ 1 ਡਾਊਨ ਦੂਸਰਾ ਧਾਗਾ ਉਹਦੇ ਉਲਟ 1 ਡਾਊਨ 1 ਅਪ 1 ਡਾਊਨ 1 ਅਪ ਹੁਣ ਇੱਥੇ ਤੁਸੀਂ ਸਾਡੇ ਕੋਲ 4 ਪਿਕਸ ਪੈ ਰਹੀਆਂ ਕੋਈ ਵੀ ਵੀਵ ਤੁਸੀਂ ਐਡਜਸਟ ਕਰ ਸਕਦੇ ਹੋ ਅਸੀਂ ਇੱਥੇ ਪਾਇਲ ਦੇ ਧਾਗੇ ਦੀ ਰੇਜ਼ਿੰਗ ਕਰਤੀ 2 ਡਾਊਨ 2 ਅਪ ਜਾਂ ਤੁਸੀਂ 3 ਡਾਊਨ 1 ਅਪ ਵੀ ਕਰ ਸਕਦੇ ਹੋ ਉਸ ਹਿਸਾਬ ਨਾਲ ਕ੍ਰੋਸ ਸੈਕਸ਼ਨ ਚੇਂਜ ਹੋ ਜਾਏਗਾ ਅਸੀਂ ਇੱਥੇ ਕਰਤਾ 2 ਡਾਊਨ 2 ਅਪ ਦੂਸਰਾ ਪਾਇਲ ਦਾ ਧਾਗਾ ਵੀ ਸੇਮ ਕੰਮ ਕਰਦਾ ਪਿਆ 2 ਡਾਊਨ 2 ਅਪ ਉਸੇ ਤਰ੍ਹਾਂ ਹੀ ਗਰਾਊਂਡ ਰੈੱਡ ਕਲਰ ਦੇ ਨਾਲ ਤੁਸੀਂ ਪਲੇਨ ਵੀ ਭਰ ਦੇਣੀ ਹੈ ਤੇ ਪਾਇਲ ਦਾ ਧਾਗਾ ਕੀ ਹੈ 2 ਅਪ 2 ਡਾਊਨ ਇਹ 2 ਅਪ ਪਾਇਲ ਦੇ ਧਾਗੇ ਦੀ ਵਰਕਿੰਗ 2 ਡਾਊਨ 2 ਅਪ 2 ਡਾਊਨ 2 ਅਪ 2 ਡਾਊਨ ਇਹ ਇਹਦਾ ਕ੍ਰੋਸ ਸੈਕਸ਼ਨ ਬਣ ਜਾਏਗਾ ਇਹ ਸੀ 4 ਪਿਕ ਦਾ ਡਿਜ਼ਾਈਨ ਨੈਕਸਟ ਹੈ 5 ਪਿਕ ਟੈਰੀ ਇਟ ਮੀਨਸ ਉਹਦੇ ਵਿੱਚ ਅਸੀਂ 5 ਪਿਕ ਇਨਸਰਟ ਕਰਦੇ ਪਏ ਹਾਂ ਵਾਰ ਪੈਟਰਨ ਸੇਮ ਉਸੇ ਤਰ੍ਹਾਂ ਹੀ ਗਰਾਊਂਡ ਦੇ ਸਾਡੇ ਕੋਲ 5 ਧਾਗੇ ਨੇ ਅਸੀਂ ਉਹਨਾਂ ਵਿੱਚ ਰਿਬ ਲੈ ਲਈ ਅਸੀਂ ਇਹਦੇ ਵਿੱਚ 3 ਅਪ 2 ਡਾਊਨ ਤੇ ਦੂਸਰਾ ਗਰਾਊਂਡ ਦਾ ਧਾਗਾ 3 ਡਾਊਨ 2 ਅਪ ਠੀਕ ਹੈ ਵਾਰਪ ਰਿਬ ਲੈ ਲਈਏ ਜੋ ਕਿ ਪਲੇਨ ਵੇਵ ਡੈਰੀਵੇਟਿਵ ਹੈ ਤੇ ਪਾਇਲ ਦਾ ਧਾਗਾ ਆਪਣੀ ਮਰਜ਼ੀ ਅਸੀਂ ਕੀ ਕਰਤਾ 2 ਡਾਊਨ 3 ਅਪ 2 ਡਾਊਨ 3 ਅਪ ਜੋ ਪਾਇਲ ਨੰਬਰ 1 ਦੀ ਵਰਕਿੰਗ ਆ ਉਹੀ ਸੇਮ ਪਾਇਲ ਨੰਬਰ 2 ਦੀ ਵਰਕਿੰਗ ਰਹੇਗੀ ਠੀਕ ਹੈ ਸੋ ਗਰਾਊਂਡ ਉਸੇ ਤਰ੍ਹਾਂ ਹੀ 3 ਅਪ 2 ਡਾਊਨ 3 ਅਪ 2 ਡਾਊਨ ਜੋ ਕਿ ਰੈੱਡ ਕਲਰ ਦੇ ਨਾਲ ਇੰਡੀਕੇਟ ਹੈ ਅੱਗੇ ਤੁਸੀਂ ਹੁਣ ਪਾਇਲ ਦੇ ਧਾਗੇ ਦੀ ਵਰਕਿੰਗ ਕਰਨੀ ਹੈ ਉਹ ਗਿਆ 2 ਡਾਊਨ 3 ਅਪ 2 ਡਾਊਨ 3 ਅਪ ਇਹ ਸੀ ਤੁਹਾਡਾ 5 ਪਿਕ ਟੈਰੀ ਦਾ ਡਿਜ਼ਾਈਨ ਹੁਣ 6 ਪਿਕ ਟੈਰੀ ਆ ਗਈ ਹੈ ਗਰਾਊਂਡ ਰੇਸ਼ੋ ਸੇਮ ਗਰਾਊਂਡ ਦੇ ਵਿੱਚ ਹੁਣ 6 ਧਾਗੇ ਹੋ ਗਏ ਨੇ ਅਸੀਂ ਪਲੇਨ ਵੀ ਇਨਸਰਟ ਕਰਤੀ ਹੈ ਗਰਾਊਂਡ G1 ਤੇ G2 ਦੇ ਵਿੱਚ ਠੀਕ ਹੈ ਤੇ ਜਿਹੜਾ ਪਾਇਲ ਦਾ ਧਾਗਾ ਅਸੀਂ ਕੀ ਕੀਤਾ ਉਹਦੇ 4 ਅਪ ਕਰਤੇ ਹੈ ਤੇ 2 ਪਿਕਸ ਤੇ ਡਾਊਨ ਕਰਤਾ ਹੈ ਸੇਮ P2 ਵੀ ਸੇਮ ਐਜ਼ ਏ P1 ਕੰਮ ਕਰ ਰਿਹਾ ਤਾਂ ਇਸੇ ਤਰ੍ਹਾਂ ਹੀ ਹੁਣ ਇਹਦੀ ਵਰਕਿੰਗ ਸੈੱਟ ਕਰ ਦੇਣੀ ਹੈ ਗਰਾਊਂਡ ਪਲੇਨ ਤੇ ਪਾਇਲ ਦਾ ਧਾਗਾ 4 ਅਪ 2 ਡਾਊਨ 4 ਅਪ 2 ਡਾਊਨ ਇਹ ਪਾਇਲ ਦਾ ਧਾਗਾ ਇਸ ਤਰ੍ਹਾਂ ਇੰਟਰਲੇਸ ਕਰੇਗਾ ਤੇ ਇਹ ਉਹਦਾ yarn cross section ਹੋਏਗਾ for the var ਪਾਇਲ ਦੇ ਧਾਗਿਆਂ ਵਾਸਤੇ ਸੋ ਇਹ ਸੀ ਸਿੰਗਲ ਫੇਸ ਟੈਰੀ ਪਾਇਲ ਸੈਕੰਡ ਟਾਈਪ ਹੈ ਡਬਲ ਫੇਸ ਟੈਰੀ ਪਾਇਲ ਹੁਣ ਡਬਲ ਫੇਸ ਟੈਰੀ ਪਾਇਲ ਦੇ ਵਿੱਚ ਕੀ ਹੋਏਗਾ ਕਿ ਕੱਪੜੇ ਦੇ ਦੋਨਾਂ ਸਾਈਡ ਤੇ ਲੂਪਸ ਫਾਰਮੇਸ਼ਨ ਹੋਏਗੀ ਕੱਪੜੇ ਦੀ ਫੇਸ ਸਾਈਡ ਤੇ ਵੀ ਲੂਪਸ ਫਾਰਮੇਸ਼ਨ ਹੋਏਗੀ ਤੇ ਕੱਪੜੇ ਦੇ ਬੈਕ ਸਾਈਡ ਤੇ ਵੀ ਲੂਪਸ ਫਾਰਮੇਸ਼ਨ ਹੋਏਗੀ ਜਿਹੜੀ ਅਸੀਂ ਲਾਸਟ ਫੈਬਰਿਕ ਪੜਿਆ ਸੀ ਉਹ ਚ ਕੀ ਹੀ ਕੱਪੜੇ ਦੇ ਸਿਰਫ ਫੇਸ ਸਾਈਡ ਤੇ ਹੀ ਲੂਪਸ ਫਾਰਮੇਸ਼ਨ ਹੁੰਦੀ ਪਈ ਐਸ ਕਰਕੇ ਉਹ ਸਿੰਗਲ ਫੇਸ ਟੈਰੀ ਪਾਇਲ ਸੀ ਹੁਣ ਡਬਲ ਫੇਸ ਟੈਰੀ ਪਾਇਲ ਕੀ ਹੈ ਕੱਪੜੇ ਦੇ ਦੋਨਾਂ ਸਾਈਡ ਤੇ ਲੂਪਸ ਫਾਰਮੇਸ਼ਨ ਹੋਏਗੀ ਹੁਣ ਇਸ ਦੇ ਵਿੱਚ ਕਹਿ ਰਹੇ ਇਨ ਦਿਸ ਟਾਈਪ ਆਫ ਫੈਬਰਿਕ ਦਾ ਟੈਰੀ ਲੂਪ ਪ੍ਰੋਟਿਊਡ on the both side of the fabric ਜਿਹੜਾ ਟੈਰੀ ਲੂਪਸ ਹੈ ਉਹ ਕੱਪੜੇ ਦੇ ਦੋਨਾਂ ਸਾਈਡ ਤੇ ਫਾਰਮ ਹੁੰਦੀ ਹੈ the cost of fabric is high ਇਸ ਤਰ੍ਹਾਂ ਦਾ ਜਿਹੜਾ ਫੈਬਰਿਕ ਜੋ ਕਿ ਡਬਲ ਫੇਸ ਹੁੰਦਾ ਹੈ ਉਹਦੀ ਜਿਹੜੀ ਕਾਸਟ ਹੈ ਉਹ ਵੀ ਹਾਈ ਜ਼ਿਆਦਾ ਹੁੰਦੀ ਹੈ the performance of fabric is better as compared to single face terry pile fabric ਇਸ ਡਬਲ ਫੇਸ ਟੈਰੀ ਪਾਇਲ ਫੈਬਰਿਕ ਦੀ ਜਿਹੜੀ ਪਰਫਾਰਮੈਂਸ ਹੈ ਉਹ ਜ਼ਿਆਦਾ ਵਧੀਆ ਹੁੰਦੀ ਹੈ ਐਸ ਕੰਪੇਅਰ ਟੂ ਸਿੰਗਲ ਫੇਸ ਟੈਰੀ ਪਾਇਲ ਹੁਣ ਇਸ ਦਾ ਡਿਜ਼ਾਈਨ ਕੰਸਟਰਕਸ਼ਨ ਵੀ ਅਸੀਂ ਉਸੇ ਤਰ੍ਹਾਂ ਹੀ 3 ਪਿਕ 4 ਪਿਕ 5 ਪਿਕ ਤੇ 6 ਪਿਕ ਦੇ ਵਿੱਚ ਹੀ ਕੰਸਟਰਕਟ ਕੀਤਾ ਗਿਆ ਗਰਾਊਂਡ ਦੀ ਉਸੇ ਤਰ੍ਹਾਂ ਹੀ ਰੇਸ਼ੋ ਸੇਮ ਹੈ ਗਰਾਊਂਡ G1 P1 G2 G2 ਤੇ P2 ਹੁਣ ਗਰਾਊਂਡ ਅਸੀਂ ਉਸੇ ਤਰ੍ਹਾਂ ਹੀ ਰਿਬ ਦੇ ਵਿੱਚ ਲੈ ਲਿਆ 1 ਅਪ 1 ਡਾਊਨ 1 ਅਪ ਤੇ ਦੂਸਰਾ ਗਰਾਊਂਡ ਦਾ ਧਾਗਾ ਉਹਦੇ ਰਿਵਰਸ ਕੰਮ ਕਰੇਗਾ 1 ਡਾਊਨ 1 ਅਪ 1 ਡਾਊਨ ਹੁਣ ਪਾਇਲ ਦਾ ਧਾਗਾ ਦੇਖੋ ਪਾਇਲ P1 ਤੇ P2 ਦੇ ਵਿੱਚ ਕੀ ਫਰਕ ਹੈ P1 ਮੀਨਸ ਇਹ ਪਹਿਲਾ ਧਾਗਾ P2 ਮੀਨਸ ਪਾਇਲ ਦਾ ਦੂਜਾ ਧਾਗਾ ਪਾਇਲ ਦਾ ਪਹਿਲਾ ਧਾਗਾ P1 ਕਿਸ ਤਰ੍ਹਾਂ ਕੰਮ ਕਰ ਰਿਹਾ 1 ਡਾਊਨ 2 ਅਪ ਇਨ ਕੇਸ ਆਫ ਡਬਲ ਫੇਸ ਟੈਰੀ ਪਾਇਲ P1 ਕਿਸ ਤਰ੍ਹਾਂ ਕੰਮ ਕਰ ਰਿਹਾ 1 ਡਾਊਨ 2 ਅਪ ਜੋ ਕਿ ਫੇਸ ਦੇ ਉੱਤੇ ਲੂਪ ਬਣਾਏਗਾ ਦੂਸਰਾ ਬਲੂ ਕਲਰ ਦਾ ਧਾਗਾ ਉਹ ਇਹਦੇ ਉਲਟ ਕੰਮ ਕਰੇਗਾ 1 ਅਪ 2 ਡਾਊਨ 1 ਅਪ 2 ਡਾਊਨ P1 ਤੋਂ ਉਲਟ P1 ਤੇ ਜੋ ਧਾਗਾ ਜਿਸ ਪਿਕ ਤੇ ਡਾਊਨ ਸੀ ਉਹ P2 ਉਸ ਜਗ੍ਹਾ ਤੇ ਅਪ ਹੋਏਗਾ ਸੋ
ਰੈੱਡ ਕਲਰ ਦੇ ਨਾਲ ਕੱਪੜੇ ਦੇ ਫੇਸ ਸਾਈਡ ਤੇ ਲੂਪ ਬਣੇਗੀ ਤੇ ਬਲੂ ਕਲਰ ਦੇ ਨਾਲ ਕੱਪੜੇ ਦੇ ਬੈਕ ਸਾਈਡ ਤੇ ਲੂਪ ਬਣੇਗੀ। ਹੁਣ ਇਹਦਾ ਤੁਸੀਂ yarn cross section ਦੇਖੋ। ਸਾਡੀ ਪਹਿਲੇ ਗਰਾਊਂਡ ਦੇ ਧਾਗੇ ਦੀ ਵਰਕਿੰਗ ਦੇਖ ਲਓ। 1 ਅਪ 1 ਡਾਊਨ 1 ਅਪ, ਹੁਣ ਅੱਗੇ ਰਿਪੀਟ ਮਿਲ ਜੇਗੀ 2 ਅਪ 1 ਡਾਊਨ 2 ਅਪ 1 ਡਾਊਨ 2 ਅਪ 1 ਡਾਊਨ, ਇਸੇ ਤਰ੍ਹਾਂ ਚੱਲੇਗਾ। ਹੁਣ ਦੂਸਰਾ ਜਿਹੜਾ ਗਰਾਊਂਡ ਦਾ ਧਾਗਾ ਉਹ ਇਹਦੇ ਰਿਵਰਸ ਕੰਮ ਕਰੇਗਾ। ਇਹ ਰਿਵਰਸ, ਇਹ ਹੈਗੀ ਗਰਾਊਂਡ ਦੀ ਵਰਕਿੰਗ। ਹੁਣ ਪਾਇਲ P1 ਦੀ ਵਰਕਿੰਗ ਦੇਖੋ ਜੋ ਕਿ ਰੈੱਡ ਕਲਰ ਦੇ ਵਿੱਚ ਹੈ। ਉਹ ਕੀ ਹੈ 1 ਡਾਊਨ 2 ਅਪ 1 ਡਾਊਨ 2 ਅਪ 1 ਡਾਊਨ 2 ਅਪ 1 ਡਾਊਨ 2 ਅਪ 1 ਡਾਊਨ 2 ਅਪ। ਹੁਣ ਬਲੂ ਕਲਰ ਦੇ ਧਾਗੇ ਦੀ ਵਰਕਿੰਗ ਦੇਖੋ। ਬਲੂ ਕਲਰ ਦਾ ਧਾਗਾ ਜਿਹਨੇ ਕੱਪੜੇ ਦੇ ਬੈਕ ਸਾਈਡ ਤੇ ਲੂਪ ਕ੍ਰੀਏਟ ਕਰਨੀ ਹੈ, ਉਹ ਕੀ ਕਿਸ ਤਰ੍ਹਾਂ ਕੰਮ ਕਰਦਾ ਪਿਆ 1 ਅਪ 2 ਡਾਊਨ 1 ਅਪ 2 ਡਾਊਨ 1 ਅਪ 2 ਡਾਊਨ 1 ਅਪ 2 ਡਾਊਨ। ਇਸ ਤਰ੍ਹਾਂ ਸਾਡੇ ਟਾਵਲ ਫੈਬਰਿਕ ਦੇ ਉੱਤੇ ਕੱਪੜੇ ਦੇ ਫੇਸ ਸਾਈਡ ਤੇ ਵੀ ਲੂਪ ਬਣ ਜਾਏਗੀ ਤੇ ਟਾਵਲ ਦੇ ਬੈਕ ਸਾਈਡ ਤੇ ਵੀ ਲੂਪਸ ਫਾਰਮੇਸ਼ਨ ਹੋ ਜਾਏਗੀ। ਸੋ ਇਸ ਤਰ੍ਹਾਂ ਸਾਡਾ ਡਬਲ ਫੇਸ ਟੈਰੀ ਪਾਈਲ ਸਟਰਕਚਰ ਬਣ ਜਾਏਗਾ ਵਿਦ ਦੀ ਯੂਜ਼ ਆਫ 3 ਪਿਕ ਟੈਰੀ। ਨੈਕਸਟ ਡਿਜ਼ਾਈਨ ਹੈ 4 ਪਿਕ ਟੈਰੀ। ਹੁਣ 4 ਪਿਕਸ ਪੈਣਗੀਆਂ। ਗਰਾਊਂਡ ਵਾਰਪ ਰੇਸ਼ੋ ਸੇਮ ਰਹੇਗੀ G1 P1 G2 P2। ਹੁਣ 4 ਧਾਗੇ ਹੋ ਗਏ ਨੇ। ਗਰਾਊਂਡ ਦੇ ਵਿੱਚ ਹਰੇ ਰੰਗ ਦੇ ਨਾਲ ਤੁਸੀਂ ਪਲੇਨ ਵੀ ਭਰ ਦੇਣੀ G1 ਤੇ G2 ਦੇ ਵਿੱਚ। ਹੁਣ ਪਾਇਲ ਦਾ ਧਾਗਾ ਅਸੀਂ ਕੀ ਕਰਤਾ, ਸਾਡੀ ਮਰਜ਼ੀ ਅਸੀਂ ਇੱਥੇ 3 ਅਪ 1 ਡਾਊਨ ਕਰਤਾ। ਜਿਹੜਾ ਦੂਸਰਾ ਪਾਇਲ ਦਾ ਧਾਗਾ ਉਹ ਇਹਦੇ ਰਿਵਰਸ ਕੰਮ ਕਰੇਗਾ, ਉਹ 3 ਡਾਊਨ 1 ਅਪ ਹੋ ਜਾਏਗਾ। ਰੈੱਡ ਕਲਰ ਦੇ ਨਾਲ ਸਾਡੇ ਟਾਵਲ ਫੈਬਰਿਕ ਦੇ ਉੱਤੇ ਰੈੱਡ ਕਲਰ ਦੀ ਲੂਪ ਫਾਰਮੇਸ਼ਨ ਬਣੇਗੀ ਤੇ ਬਲੂ ਕਲਰ ਦੇ ਨਾਲ ਉਸਦੇ ਬੈਕ ਸਾਈਡ ਤੇ ਲੂਪਸ ਫਾਰਮੇਸ਼ਨ ਹੋਏਗੀ। ਗਰਾਊਂਡ ਪਲੇਨ, ਇਹ ਗਰਾਊਂਡ ਦੇ ਧਾਗੇ ਵਰਕਿੰਗ ਲੱਗ ਗਈ। ਗਰਾਊਂਡ ਪਲੇਨ ਰੈੱਡ ਕਲਰ 3 ਅਪ 1 ਡਾਊਨ 3 ਅਪ 1 ਡਾਊਨ। ਬਲੂ ਕਲਰ ਦਾ ਧਾਗਾ ਕਿਸ ਤਰ੍ਹਾਂ ਕੰਮ ਕਰਦਾ ਪਿਆ 3 ਡਾਊਨ 1 ਅਪ 3 ਡਾਊਨ 1 ਅਪ। ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕੱਪੜੇ ਦੇ ਫੇਸ ਸਾਈਡ ਤੇ ਵੀ ਲੂਪਸ ਫਾਰਮੇਸ਼ਨ ਹੋ ਰਹੀ ਹੈ ਤੇ ਕੱਪੜੇ ਦੇ ਬੈਕ ਸਾਈਡ ਤੇ ਵੀ ਲੂਪਸ ਫਾਰਮੇਸ਼ਨ ਹੋ ਰਹੀ ਹੈ। ਸੋ ਇਸ ਤਰ੍ਹਾਂ ਸਾਡਾ ਇਹ ਵਾਲਾ ਡਬਲ ਫੇਸ ਟੈਰੀ ਪਾਈਲ ਸਟਰਕਚਰ ਬਣ ਜਾਏਗਾ ਵਿਦ ਦੀ ਯੂਜ਼ ਆਫ 4 ਪਿਕ ਟੈਰੀ। ਹੁਣ 5 ਪਿਕ ਟੈਰੀ ਦੇ ਵਿੱਚ ਵੀ ਸੇਮ ਹੈ। ਉਸੇ ਤਰ੍ਹਾਂ ਹੀ ਸਾਡੇ ਕੋਲ 5 ਪਿਕਸ ਪੈ ਰਹੀਆਂ। ਅਸੀਂ 3 ਗਰਾਊਂਡ ਲੈ ਲਈ 3 ਅਪ 2 ਡਾਊਨ ਤੇ ਦੂਸਰਾ 3 ਡਾਊਨ 2 ਅਪ। ਇਹ ਅਸੀਂ ਗਰਾਊਂਡ ਦੇ ਵਿੱਚ ਵੀ ਭਰਤੀ ਤੇ ਪਾਇਲ ਦਾ ਧਾਗਾ ਜਿਸ ਤਰ੍ਹਾਂ ਮਰਜ਼ੀ ਤੁਸੀਂ ਜਿੰਨੇ ਮਰਜ਼ੀ ਤੇ 5 ਪਿਕਾਂ ਦੇ ਵਿੱਚ ਰੇਜ਼ਿੰਗ ਸੈੱਟ ਕਰ ਸਕਦੇ ਹੋ। ਅਸੀਂ ਇੱਥੇ ਕਰਤੀ 3 ਅਪ 2 ਡਾਊਨ। ਦੂਸਰਾ ਧਾਗਾ ਇਹਦੇ ਰਿਵਰਸ ਕੰਮ ਕਰੇਗਾ 3 ਡਾਊਨ 2 ਅਪ। ਗਰਾਊਂਡ ਉਸੇ ਤਰ੍ਹਾਂ ਹੀ 3 ਅਪ 2 ਡਾਊਨ ਦੀ ਇਹ ਬਲੂ ਕਲਰ ਦੇ ਧਾਗੇ ਨਾਲ ਸੈੱਟ ਕਰਤੀ ਹੈ। ਰੈੱਡ ਕਲਰ ਕੀ ਹੈ 3 ਅਪ 2 ਡਾਊਨ 3 ਅਪ 2 ਡਾਊਨ 3 ਅਪ 2 ਡਾਊਨ 3 ਅਪ। ਤੇ ਬਲੂ ਕਲਰ ਦਾ ਜਿਹੜਾ ਦੂਸਰਾ ਮੈਜੈਂਡਾ ਕਲਰ ਦਾ ਕਲਰ ਹੈ ਜੋ ਕਿ ਬੈਕ ਸਾਈਡ ਤੇ ਲੂਪ ਫਾਰਮੇਸ਼ਨ ਕਰੇਗਾ, ਉਹ 3 ਡਾਊਨ 2 ਅਪ 3 ਡਾਊਨ 2 ਅਪ 3 ਡਾਊਨ 2 ਅਪ। ਸੋ ਇਸ ਤਰ੍ਹਾਂ ਇਹ 5 ਪਿਕ ਟੈਰੀ ਦਾ ਡਿਜ਼ਾਈਨ ਬਣ ਜਾਏਗਾ ਇਨ ਡਬਲ ਫੇਸ। ਇਸ ਤਰ੍ਹਾਂ ਹੀ 6 ਪਿਕ ਟੈਰੀ ਦਾ ਡਿਜ਼ਾਈਨ ਆ ਜਾਏਗਾ। ਗਰਾਊਂਡ ਦੇ ਵਿੱਚ ਤੁਸੀਂ ਪਲੇਨ ਵੀ ਭਰ ਦੇਣੀ ਹਰੇ ਰੰਗ ਦੇ ਨਾਲ ਤੇ ਪਾਇਲ ਦਾ ਧਾਗਾ ਤੁਸੀਂ ਇੱਥੇ 3 ਅਪ 3 ਡਾਊਨ ਦਾ ਲਿਆ। ਤੁਸੀਂ ਕੁਝ ਵੀ 4 ਅਪ 2 ਡਾਊਨ ਦਾ ਵੀ ਕਰ ਸਕਦੇ ਹੋ, 5 ਅਪ 1 ਡਾਊਨ ਦਾ ਵੀ ਕਰ ਸਕਦੇ ਹੋ। ਇਹ ਤੁਹਾਡੇ ਤੇ ਡਿਪੈਂਡ ਕਰਦਾ। ਸੋ ਜਿੰਨਾ ਲੰਬਾ ਇਹ ਵਾਰ ਦਾ ਫਲੋਟ ਲੈਂਦੇ ਜਾਓਗੇ ਉਨੀ ਜ਼ਿਆਦਾ ਕੱਪੜੇ ਦੇ ਸਰਫੇਸ ਤੇ ਲੂਪ ਦੀ ਲੈਂਥ ਵੱਧਦੀ ਜਾਏਗੀ। ਸੋ ਅਸੀਂ ਇੱਥੇ ਕਰਤਾ 3 ਅਪ 3 ਡਾਊਨ, ਦੂਸਰਾ 3 ਡਾਊਨ 3 ਅਪ। ਸੋ ਇਸ ਤਰ੍ਹਾਂ ਇਹ ਵਾਲਾ ਡਿਜ਼ਾਈਨ ਵੀ ਸੇਮ ਕ੍ਰਾਸ ਸੈਕਸ਼ਨ ਦੇ ਨਾਲ ਬਣ ਜਾਏਗਾ। ਸੋ ਇਹ ਸੀ ਸਾਡਾ ਡਬਲ ਫੇਸ ਟੈਰੀ ਪਾਈਲ ਸਟਰਕਚਰ ਜੋ ਕਿ ਅਸੀਂ ਗ੍ਰਾਫ ਪੇਪਰ ਤੇ ਵੇਰੀਅਸ ਮੈਥਡ ਦੇ ਨਾਲ ਕੰਸਟਰਕਟ ਕਰ ਸਕਦੇ ਹਾਂ। ਥਰਡ ਟਾਈਪ ਹੈ ਸਿੰਗਲ ਇੰਟਰਚੇਂਜਿੰਗ ਟੈਰੀ ਪਾਈਲ ਸਟਰਕਚਰ। ਸਿੰਗਲ ਇੰਟਰਚੇਂਜਿੰਗ ਟੈਰੀ ਪਾਈਲ ਸਟਰਕਚਰ ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਕੋਲ ਕੱਪੜਾ ਹੁੰਦਾ ਹੈ, ਇੱਕ ਹੀ ਧਾਗਾ ਪਾਇਲ ਦਾ ਕਦੀ ਕੱਪੜੇ ਦੇ ਫੇਸ ਸਾਈਡ ਤੇ ਲੂਪ ਬਣਾਉਂਦਾ ਹੈ ਤੇ ਉਹੀ ਧਾਗਾ ਘੁੰਮ ਕੇ ਕੱਪੜੇ ਦੇ ਫਿਰ ਬੈਕ ਸਾਈਡ ਤੇ ਵੀ ਲੂਪਸ ਫਾਰਮੇਸ਼ਨ ਕਰਦਾ ਹੈ। ਇੱਕ ਵਾਰੀ ਕੱਪੜੇ ਦੇ ਫੇਸ ਸਾਈਡ ਤੇ ਲੂਪ ਬਣਾਏਗਾ, ਫਿਰ ਘੁੰਮ ਕੇ ਨੀਚੇ ਚਲ ਜਾਏਗਾ, ਫਿਰ ਕੱਪੜੇ ਦੇ ਬੈਕ ਸਾਈਡ ਤੇ ਵੀ ਲੂਪ ਬਣਾਏਗਾ। ਸੋ ਇਸ ਤਰ੍ਹਾਂ ਜਦੋਂ ਅਸੀਂ ਟਾਵਲ ਫੈਬਰਿਕ ਦੇਖਾਂਗੇ ਤਾਂ ਉਹਦੇ ਇੰਨੇ ਜ਼ੋਨ ਦੇ ਵਿੱਚ ਤੇ ਲੂਪਸ ਫਾਰਮੇਸ਼ਨ ਹੋਏਗੀ ਬਟ ਇੰਨਾ ਜ਼ੋਨ ਪਲੇਨ ਹੋਏਗਾ, ਇਸ ਤੇ ਕੋਈ ਲੂਪ ਫਾਰਮੇਸ਼ਨ ਹੋਏਗੀ। ਬਟ ਉਹਦੇ ਰਿਵਰਸ ਉਹਦੀ ਬੈਕ ਸਾਈਡ ਜਦੋਂ ਅਸੀਂ ਦੇਖਾਂਗੇ ਜਿੱਥੇ ਸਾਡੇ ਫੇਸ ਦੇ ਉੱਤੇ ਲੂਪ ਬਣੀ ਦੀਆਂ ਉਹਦੇ ਬੈਕ ਸਾਈਡ ਬਿਲਕੁਲ ਪਲੇਨ ਹੋਏਗੀ ਤੇ ਜਿੱਥੇ ਫੇਸ ਦੇ ਉੱਤੇ ਪਲੇਨ ਸੀ ਇਹ ਪਲੇਨ ਸੀ ਉਹਦੇ ਬੈਕ ਸਾਈਡ ਤੇ ਲੂਪਸ ਫਾਰਮੇਸ਼ਨ ਇਸ ਤਰ੍ਹਾਂ ਹੋਈ ਹੋਏਗੀ। ਸੋ ਇਸ ਤਰ੍ਹਾਂ ਇਹ ਵਾਲਾ ਜਿਹੜਾ ਸਿੰਗਲ ਇੰਟਰਚੇਂਜਿੰਗ ਟੈਰੀ ਪਾਈਲ ਸਟਰਕਚਰ ਹੈ ਇਹ ਵੀ ਇੱਕ ਤਰ੍ਹਾਂ ਦਾ ਰਿਵਰਸੇਬਲ ਫੈਬਰਿਕ ਬਣਾਏਗਾ। ਸਿੰਗਲ ਇੰਟਰਚੇਂਜਿੰਗ ਕਿਉਂ ਕਹਿ ਰਹੇ ਹਾਂ ਕਿਉਂਕਿ ਇੱਕ ਹੀ ਧਾਗਾ
कभी फेस ते लूप बनाता है, कभी कपड़े के बैक साइड ते लूप बनाता है। सो इस करके इसनों सिंगल इंटरचेंजिंग टैरी पाइल स्ट्रक्चर कह रहे हैं। ਹੁਣ ਇਸ ਦੇ ਵਿੱਚੋਂ ਕਹਿ ਰਿਹਾ ਕਿ in this type of fabric the terry loops form on face side and then on back side in alternate manner। ਇਸ ਪਾਰਟਿਕੂਲਰ ਟਾਵਲ ਫੈਬਰਿਕ ਦੇ ਵਿੱਚ ਜਿਹੜੀ ਲੂਪਸ ਫਾਰਮੇਸ਼ਨ ਹੁੰਦੀ ਹੈ ਕਦੀ ਫੇਸ ਸਾਈਡ ਤੇ ਹੁੰਦੀ ਹੈ, ਇਹ ਫੇਸ ਸਾਈਡ ਤੇ ਲੂਪ ਫਾਰਮੇਸ਼ਨ ਹੋ ਰਹੀ ਹੈ, ਦੈਨ ਔਨ ਬੈਕ ਸਾਈਡ ਤੇ ਫਿਰ ਬੈਕ ਸਾਈਡ ਤੇ ਲੂਪ ਫਾਰਮੇਸ਼ਨ ਹੋ ਰਹੀ ਹੈ ਇਨ ਆਲਟਰਨੇਟ ਮੈਨਰ। ਆਲਟਰਨੇਟ ਮੈਨਰ ਹੁੰਦਾ ਇੱਕ ਛੱਡ ਕੇ ਇੱਕ, ਇੱਥੇ ਲੂਪ ਬਣੀ, ਇੱਥੇ ਲੂਪ ਨਹੀਂ ਬਣੀ, फिर अगे लूप बननी शुरू होगी, फिर अगे लूप नहीं बनेगी। इस तरह यह वाला स्ट्रक्चर जरा लूप्स फॉर्मेशन करता रहेगा इन अल्टरनेट मैनर दे विच। दस फॉर्म लूप्स एंड प्लेन सरफेस पैटर्न ऑन बोथ साइड ऑफ द फैब्रिक। इस तरह यह लूप्स ते प्लेन सरफेस फॉर्म करेगा बोथ ऑन द फेस एंड बैक साइड ऑफ द फैब्रिक। यह देखो कपड़े दे फेस साइड ते यह लूप्स सरफेस, यह प्लेन सरफेस, फिर ਉਹਦੇ बैक साइड ते जिथे फेस ते लूप फॉर्मेशन है ਉਹਦੀ बैक साइड ते प्लेन सरफेस फॉर्म करेगा ते जिथे फेस साइड ते प्लेन सरफेस सी ਉਹਦੇ बैक साइड ते ਇਹ लूप्स फॉर्मेशन करता है। सो इस तरह ਇਹ प्लेन ते लूप्स फॉर्म करता है on the both side of the fabric। this type of fabric is also sold at low cost। इस तरह ਦਾ फैब्रिक भी ਜਿਹੜਾ वो लो cost ਤੇ मार्केट 'ਚ सेल ਹੁੰਦਾ है। ਹੁਣ ਇਸ ਦਾ ਜਰਾ डिजाइन देखो, इस तरह ही ग्राउंड पाइल दूसरा डिजाइन, फिर दो डिजाइन बने ने ਅੱਜ ਇੱਕ ਇਹ ਵਾਲਾ ਇਹ ਆਈ ਸੀ 3 पिक टैरी ਦਾ डिजाइन लिया। ਹੁਣ ਇਹਦੇ ਵਿੱਚ ਗਰਾਊਂਡ ਪਾਈਲ ਉਸੇ ਤਰ੍ਹਾਂ ਹੀ ਰੇਸ਼ੋ ਸੇਮ, ਦੂਸਰਾ ਵੀ ਗਰਾਊਂਡ ਪਾਈਲ ਇਹ ਦੋ ਗ੍ਰਾਫ ਬਣਨੇ ਨੇ। ਹੁਣ ਸਾਡੇ ਕੋਲ 3 ਪਿਕ ਹੈ, ਅਸੀਂ ਉਹਦੇ ਗਰਾਊਂਡ ਦੇ ਵਿੱਚ ਵੀਵ ਲੈ ਲਈ 1 ਅਪ 1 ਡਾਊਨ 1 ਅਪ। ਜਿਹੜਾ ਦੂਸਰਾ ਗਰਾਊਂਡ ਦਾ ਧਾਗਾ ਹੈ ਬਲੂ ਕਲਰ ਦਾ ਉਹ 'ਚ 1 ਡਾਊਨ 1 ਅਪ 1 ਡਾਊਨ, ਠੀਕ ਹੈ। ਹੁਣ ਦੂਸਰਾ ਗ੍ਰਾਫ ਦੇਖ ਲਓ, ਉਹਦੇ ਵਿੱਚ ਵੀ ਅਸੀਂ ਗਰਾਊਂਡ ਦੀ ਵੀਵ ਸੇਮ ਰੱਖੀ ਹੈ 1 ਅਪ 1 ਡਾਊਨ 1 ਅਪ, ਤੇ ਜਿਹੜਾ ਗਰਾਊਂਡ ਦਾ ਦੂਸਰਾ ਹੈਗਾ 1 ਡਾਊਨ 1 ਅਪ 1 ਡਾਊਨ। इस तो बाद हुण तुसी एक नंबर ग्राफ ते यह एक नंबर ग्राफ है, यह 2 नंबर साडे कोल ग्राफ है। हुण 3 पिक दा डिजाइन असीं की करता ग्राउंड पाइल दे धागे दे दोने पाइल दे धागे दे ग्राफ नंबर 1 ते पाइल दे दोनों दी सेम वीव रखी 1 डाउन 2 अप 1 डाउन 2 अप। जिहड़ा दूसरा ग्राफ है उत्थे पाइल दे जो धागे इत्थे डाउन सी वो राइट साइड ते दूसरे ग्राफ दे विच अप करने ने। इत्थे 1 डाउन 2 अप सी पाइल नंबर 1 ਦੇ ਧਾਗੇ ਤੇ ਇੱਥੇ ਉਹ ਅਪ ਕਰਤਾ, ਦੂਸਰੇ ਪਾइल P2 ਦੇ ਧਾਗੇ ਤੇ ਇੱਥੇ ਵੀ ਸੇਮ ਵਰਕਿੰਗ ਹੈ 1 ਡਾਊਨ 2 ਅਪ, ਇੱਥੇ ਵੀ ਉਹ ਧਾਗਾ ਰੇਜ਼ ਕਰਤਾ। ਮੀਨਸ ਇੱਥੇ ਜੋ ਪਾइल ਦੇ ਧਾਗੇ ਡਾਊਨ ਸੀ ਉਹ ਇੱਥੇ ਦੂਸਰੇ ਗ੍ਰਾਫ ਦੇ ਵਿੱਚ ਉਸੇ ਪੋਜੀਸ਼ਨ ਤੇ ਉਹ ਅਪ ਕਰਤੇ ਨੇ। ਹੁਣ ਕਿਸ ਤਰ੍ਹਾਂ ਇਹ ਡਿਜ਼ਾਈਨ, ਪਹਿਲੇ 1 ਨੰਬਰ ਇਹ ਵਾਲਾ ਗ੍ਰਾਫ ਦੇਖੋ, ਇਹ 1 ਨੰਬਰ ਗ੍ਰਾਫ, ਇਹ ਤੁਹਾਡਾ 2 ਨੰਬਰ ਗ੍ਰਾਫ। ਪਹਿਲੇ 1 ਨੰਬਰ ਗ੍ਰਾਫ ਦੀ ਵਰਕਿੰਗ ਤੁਸੀਂ ਦੇਖ ਲਓ। ਸਾਡੇ ਕੋਲ ਗਰਾਊਂਡ ਕੀ ਹੈ 1 ਡਾਊਨ 1 डाउन, साढ़े को ग्राउंड की है 1 अप 1 डाउन 2 अप 1 डाउन 2 अप 1 डाउन, ये ग्राउंड की वर्किंग है। पाइल दे धागे की वर्किंग देखो किस तरह 1 डाउन 2 अप 1 डाउन 2 अप 1 डाउन 2 अप। पहले तुसीं उत्ते फेस साइड धागा घुमा लो जिन्नी देर तुसीं तुहाडी मर्जी है जिन्ना तुसीं घुमा सकते हो। 2 अप 1 डाउन 2 अप। हुण इत्थे साडू डिसीजन आया कि असीं हुण इह वाला धागा हुण कपड़े दी बैक साइड ते लैके जाना, तां तुसीं की करना है, इह P1 नूं लिया के घुमा के इह पहले इहदे 2 नंबर ग्राफ ते P1 दे नाल जोड़ देना। तां अगर असीं हुण इत्थे धागा घुमाना ते इह देखो 1 डाउन इह ना मिल गया, इह 2 1 1 डाउन 2 अप ते एक हैगा। हुण जदों असीं इस दे नाल आके जदों नीचे लैके जाना ते इह हो जाएगा 1 डाउन 3 अप। इह देखो ਹੁਣ धागा जो नीचे लैके जाना जिथे 2 अप सी वो असीं घुमा के हुण इहदे नाल भी ज्वाइन करता। इहदे नाल ज्वाइन करन दे नाल की हो गया, हुण 1 डाउन 3 अप हो गया, ये हो गया 1 डाउन 3 अप। हुण धागा नीचे घूम जाएगा, नीचे जो जाएगा तो हुण 2 नंबर ग्राफ की वर्किंग शो 2 नंबर ग्राफ की वर्किंग असीं ग्राफ की वर्किंग लगा देनी है 2 डाउन 1 अप 2 डाउन 1 अप 2 डाउन 1 अप। इस दे विचों कह रहा है कि अगर तुसी ग्राफ अगर तुसी जे धागा उत्ते घूमदा पिया अगर उसनूं तुसी नीचे लैके जाना है तो पहले जिथे जो धागा तुसी फेस ते रखना तो तुसी 1 नंबर ग्राफ जो इत्थे तुहानूं शो कीता उसकी वर्किंग नूं फॉलो करोगे। पर जदों ही तुसी धागा नीचे कपड़े की बैक साइड ते लैके जाना है
उस वेले तुसी की करना है कि जो धागा तुसी कपड़े की बैक साइड ते लैके जाना है, उस वेले तुसी P1 की वर्किंग लिया के दूसरे ग्राफ के P1 के नाल मिला देनी। इट मीनस जिथे 1 अप 2 डाउन सी वो इहदे नाल मिलन के कारण की हो गया 1 अप 3 डाउन। ये देखो इस पोजीशन ते 1 अप 3 डाउन हो गया। जो ही 1 अप 3 डाउन होया ते अगे 2 डाउन है, ये जो थले गया 2 डाउन। हुण ए 2 नंबर ग्राफ की वर्किंग ए मान लो जो फेस ते धागा घूमेगा तो 1 नंबर ग्राफ नूं फॉलो करांगे, जो बैक साइड ते धागा घूमेगा उदों 2 नंबर ग्राफ नूं फॉलो करांगे। हुण ए धागा की है नीचे डाउन ते चला गया, हुण 2 नंबर ग्राफ नूं फॉलो करांगे। ये आ गया 3 डाउन हो गए, इत्थे आ गया 2 डाउन 1 अप 2 डाउन 1 अप 2 डाउन 1 अप। ये सी साडा सिंगल इंटरचेंजिंग पाइल स्ट्रक्चर जिस च एक ही पाइल का धागा कपड़े की दोनों साइड ते इन अल्टरनेट मैनर दे विच लूप फॉर्मेशन करता है। साडे को हुण नेक्स्ट चौथी टाइप है डबल इंटरचेंजिंग पाइल स्ट्रक्चर। हुण डबल इंटरचेंजिंग पाइल स्ट्रक्चर च की कह रहा है देयर इज अ डबल इंटरचेंजिंग ऑफ yarn टेक प्लेस ड्यूरिंग द वीविंग ऑफ द फैब्रिक। हुण इस पर्टिकुलर स्ट्रक्चर दे विच धागे की डबल इंटरचेंजिंग होंदी है। मीनस एफ कपड़ा दा फैब्रिक है, एक फेस का रंग है, मान लो लाल है, एक कपड़े के फेस से लूप बना रहा है, यही धागा घूम के फिर वापस नीचे चल जाता है, फिर कपड़े के बैक साइड से लूप बना रहा है। मान लो यह रेड कलर है, हुण इसके बैक से जी लूप फॉर्मेशन होगी वो ब्लू कलर की होगी। यह ब्लू कलर का धागा कपड़े के सेम एग्जैक्टली बैक साइड से लूप बना रहा है। जिथे उत्ते फेस वाला धागा थले नूं मूव किया ही उत्थों हुण बैक वाला धागा उत्ते नूं मूव कर जाएगा ते कपड़े के फेस साइड से लूप बनाएगा। इस तरह एक बारी रेड कलर की लूप सानू कपड़े के सरफेस उत्ते दिखाई देगी ते दूजे पासे नाल ही सानू ब्लू कलर की लूप कपड़े के बैक साइड से दिखाई देगी। हुण जिथे तुसीं कह सकते हो अगर कपड़े के उत्ते फेस साइड की लूप है तो कपड़े के बैक साइड से ब्लू कलर की लूप है। दूसरे सैक्शन दे विच जिथे उत्ते कपड़े के फेस से ब्लू कलर की लूप बनेगी उसके बैक से रेड कलर की लूप बनेगी। इसनूं डबल इंटरचेंजिंग क्यों किया जा रहा है क्योंकि जिहड़ा फेस का रेड कलर की जिहड़ी लूप्स फॉर्मेशन है वो उत्ते बना के उस तो बाद डायरैक्टली बैक ते मूव कर जाती है। जिहड़ा थल्ले वाला ब्लू कलर सी वो बैक साइड ते लूप बना के फेस साइड वाल मूव कर जाता। सो डबल इंटरचेंजिंग हो रही है। फेस वाला धागा उत्ते फेस ते टॉवल दे फेस ते लूप बना के बैक साइड वाल मूव करता है ते बैक साइड वाला धागा कपड़े दे बैक साइड ते लूप बना के फेस साइड वाल मूव करता है। इस करके डबल इंटरचेंजिंग हो रही है। इस करके इस स्ट्रक्चर नूं डबल इंटरचेंजिंग टेरिपाइल स्ट्रक्चर किया जाता है एंड इट फॉर्म्स टू कलर रिवर्सिबल टॉवल फैब्रिक। ते यह भी जिहड़ा मैथड है ये रिवर्सिबल टॉवल फैब्रिक बनाता है इन टू कलर दे विच। हुण जिस तरह तुसीं इस ग्राफ दे विच देख पा रहे हो ऑन द राइट साइड यह भी 3 पिक 4 पिक 5 पिक ते 6 पिक डिजाइन दे विच बनाया गया। यह 3 पिक का डिजाइन है। इस दे विच तुसीं ग्राफ नंबर ग्राफ दो ग्राफ दे नाल बनेगा। जिन्ना भी इंटरचेंजिंग डिजाइन है यह 2 ग्राफ तुहानूं लैके बनाने पैना। हुण ग्राउंड दे विच असीं प्लेन 1 अप 1 डाउन 1 अप ते दूसरा ग्राउंड का धागा वो रिवर्स कम करता पे। इधर भी ग्राउंड के धागे की दूसरे 2 नंबर ग्राफ के भी वर्किंग सेम रहेगी। हुण इस दे विच की है P1 अही करता 1 डाउन 2 अप 1 डाउन 2 अप। हुण P2 दे जिहड़ा P2 दा वो इहदे रिवर्स जिस तरह ही डबल फेस कीता है डबल फेस जिस तरह डिजाइन नहीं बनाया सी पाइल दा उस तरह ही सेम ग्राफ है। जो धागा P1 इत्थे डाउन इत्थे अप इत्थे डाउन सी वो P2 ते अप हो जाएगा। नैक्सट जिहड़ा दूसरा ग्राफ है ਉਹਦੇ ਵਿੱਚ ਕੀ है इस ग्राफ की रिवर्स असी वर्किंग इत्थे सैट की है। मीनस इत्थे हुण 1 डाउन 2 अप सी इत्थे 1 अप 2 डाउन करता है। इत्थे 1 अप 2 डाउन सी इत्थे 1 डाउन 2 अप करता। पहले यह डबल फेस वाला तुसीं ग्राफ बना लेना जिस तरह तुसीं डबल फेस टेरिपाइल स्ट्रक्चर बनाया सी। पहले यह वाला एक ग्राफ बना लेना। ਇਹਦਾ रिवर्स पाइल जो पाइल के धागे इत्थे दोनों P1 ते P2 जो ਇਹ P1 ਤੇ P2 ਇਸ ਗ੍ਰਾਫ ਦੇ ਵਿੱਚ ਕੰਮ ਕਰਦੇ ਪਏ ਨੇ ਉਸ ਦੀ ਰਿਵਰਸ ਵਰਕਿੰਗ ਤੁਸੀਂ ਇਸ 2 ਨੰਬਰ ਗ੍ਰਾਫ ਦੇ ਉੱਤੇ P1 P2 ਤੇ ਸੈੱਟ ਕਰ ਦੇਣੀ। ਹੁਣ ਇੱਥੇ 1 ਡਾਊਨ 2 ਅਪ ਸੀ ਇੱਥੇ 1 ਅਪ 2 ਡਾਊਨ ਹੋ ਗਿਆ। P2 ਇੱਥੇ 1 ਅਪ 2 ਡਾਊਨ ਸੀ ਇੱਥੇ 1 ਡਾਊਨ 2 ਅਪ ਹੋ ਗਿਆ। ਇਸ ਤਰ੍ਹਾਂ ਤੁਸੀਂ ਇਹਦੀ ਵਰਕਿੰਗ ਸੈੱਟ ਕਰ ਦੇਣੀ ਹੈ। ਹੁਣ ਅਸੀਂ ਕੀ ਹੈ ਗਰਾਊਂਡ ਦੇ ਵਿੱਚ ਉਸੇ ਤਰ੍ਹਾਂ ਹੀ ਵਰਕਿੰਗ ਸੈੱਟ ਕਰ ਦੇਣੀ ਹੈ 2 ਅਪ 1 ਡਾਊਨ ਦੇ ਹਿਸਾਬ ਦੇ ਨਾਲ। ਹੁਣ ਪਾਇਲ ਦਾ ਤੁਸੀਂ ਰੈੱਡ ਕਲਰ ਦੇਖੋ ਕਿਸ ਤਰ੍ਹਾਂ ਸੈੱਟ ਕਰਨਾ ਹੈ 1 ਡਾਊਨ 2 ਅਪ 1 डाउन। हुण अगे 2 अप आना चाहिए। हुण मेरी मर्जी है कि मैं हुण इस
धागे नूं घुमा के हुण कपड़े की बैक साइड ते लैके जाना, जिथे कपड़े की बैक साइड ते लैके जाना उस वेले यह धागे की वर्किंग P1 की वर्किंग घुमा के मैं P1 दे नाल मिला देनी। तो यह साडे कोल जिथे 1 अप 2 डाउन सी यह साडे कोल बन जाएगा 1 अप 3 डाउन ते 2 नंबर ग्राफ की वर्किंग शुरू हो जानी है। जिथे ये आके असीं डबल वर्किंग कर देने, जदों असीं धागे की वर्किंग लिया के घुमा के यह उस तरह नहीं तो यह वाला ग्राफ की है 1 अप 2 डाउन, बट जदों असीं धागा कपड़े की बैक साइड ते लैके जाना तो असीं इहदी वर्किंग मिला देनी है इस P1 दे नाल, 2 नंबर ग्राफ दे P1 दे नाल। सो यह साडे कोल बन जाएगा 1 अप 3 डाउन, 2 है ते 1 है। जदों असीं इधर 3 अप कर देंगे तो असीं हुण 2 नंबर ग्राफ की वर्किंग शो कर ਇਹਦੀ वर्किंग यूज करांगे फेस वास्ते, ਇਹਦੀ वर्किंग यूज करांगे बैक वास्ते। इट मीनस जदों असीं फेस तो धागा घुमते घुमते कपड़े की बैक साइड ते लैके जाना है तो असीं 2 नंबर ग्राफ की वर्किंग फॉलो करांगे। हुण इस दे विच की सी, असीं धागा घुमाया 1 डाउन 2 अप 1 डाउन, हुण इत्थे मैनूं धागा हुण फिर कपड़े की बैक साइड ते लैके जाना है तो मैं ये कर दांगा 1 अप 3 डाउन 1 अप 3 डाउन। हुण मैं 2 नंबर ग्राफ की वर्किंग फॉलो करांगा 2 डाउन 1 अप 2 डाउन 1 अप 2 डाउन 1 अप। उस तो बाद हुण P2 ਨੂੰ देखो, P2 की जिहड़ी वर्किंग होगी वो इस दे रिवर्स होएगी। वो ये देखो जो P1 काम कर रहा उस दे रिवर्स P2 काम कर रहा, ठीक है। हुण इहदी की वर्किंग है 1 अप 2 डाउन 1 अप। हुण इसनूं भी मैं हुण कपड़े दे फेस ते लैके जाना, हुण इहनूं घुमा के मैं वापस P2 दे नाल मिला दांगा। हुण जिथे 1 अप 2 डाउन सी वो मेरे को बन जाएगा 1 अप 3 डाउन। ये देखो 1 अप 3 डाउन ते इहदी वर्किंग शुरू हो जाएगी 2 अप 1 डाउन। हुण कपड़े दे फेस ते आ गया बैक दा धागा। इस तरह यह वाला डिजाइन साडे को की है डबल फेस इंटरचेंजिंग पाइल स्ट्रक्चर बन जाएगा। मीनस पहले तुसीं डबल फेस टेरीपाइल स्ट्रक्चर का एक डिजाइन बना लेना, उसका जो दूसरा ग्राफ है वो इसका पाइल का धागा नहीं, जो इतने पाइल का धागा काम करते पे वो 2 नंबर इसके रिवर्स सैट कर देने। जिथे तुसीं पाइल का धागा घूमते घूमते फेस तो बैक वाल लैके जाना उस वेले तुसीं की करना कि इस धागे नूं P1 नूं जाके मिला के P2 दे, जिहड़ा 1 नंबर ग्राफ है वो फेस ते धागे ते लूप बनाएगा, जिहड़ा 2 नंबर ग्राफ है वो बैक साइड ते लूप फॉर्मेशन करेगा। हुण जिहड़ा P1 है जदों तुसीं फेस ते घूमते घूमते धागा कपड़े की बैक साइड ते लैके जाना तो उसनूं P1 ग्राफ नंबर 1 ते P1 नूं तुसीं ग्राफ नंबर 2 ते P1 दे नाल मिला देना ते जदों हुण कपड़े की बैक साइड ते घुमाना है तो 2 नंबर ग्राफ की वर्किंग फॉलो करनी शुरू कर देनी है। हुण जिहड़ा 2 नंबर P2 धागा है यह P2 धागा, ठीक है। इन्हें हुण देखो कपड़े की बैक साइड ते लूप फॉर्मेशन शुरू की है, कपड़े की बैक साइड ते लूप फॉर्मेशन शुरू की। हुण जदों इसनूं घुमाते घुमाते तुसीं कपड़े के फेस ते लियाना है 2 नंबर P2 तो इसनूं लिजा के तुसीं P2 दे नाल मिला देना है। जिथे 1 अप 2 डाउन सी वो 1 अप 3 डाउन हो जाएगा ते फिर तुसीं इहदी 2 नंबर ग्राफ की वर्किंग फॉलो करनी शुरू कर देनी। इस तरह साडा यह वाला 3 पिक टैरी का डबल इंटरचेंजिंग पाइल स्ट्रक्चर फॉर्म हो जाएगा। इस तरह ही साडा सेम डिजाइन है 4 पिक का 5 पिक का ते 6 पिक का। फर्क बस यही है कि ग्राउंड उस तरह ही सेम ग्राउंड च प्लेन भी लैके साडी मर्जी है असी जो P1 की वर्किंग लै रहे हैं 2 अप 2 डाउन, P2 ਉਹਦੇ रिवर्स काम करेगा 2 अप 2 डाउन। हुण ਇਹ जो ग्राफ काम कर रहा है इस ते ਜਿਹੜੇ पाइल ਦੇ धागे की वर्किंग है उसकी रिवर्स तुसीं ग्राफ 2 ਦੇ ਵਿੱਚ सैट कर देनी है। जिथे तुसीं धागा पाइल फॉर्मेशन करते करते कपड़े की बैक साइड ते लैके जाना है उत्थे तुसीं धागा ਇਹਦੀ वर्किंग लिया के 2 नंबर ग्राफ ते P1 ਨਾਲ मिला देनी है ते ਉਹ ਕੀ है कपड़े की बैक साइड ते लूप फॉर्मेशन शुरू कर देगा। ते हुण जदों यह जिहड़ा हरा रंग जो कि कपड़े की बैक साइड ते लूप फॉर्मेशन करता पाया जदों इसनूं घुमा के तुसीं कपड़े के फेस साइड ते लियाना है तो इस P2 नूं तुसीं ग्राफ नंबर 2 ते P2 ਨਾਲ मिला देना। जिथे 2 अप 2 डाउन सी वो 2 अप 4 डाउन हो जाएगा। यह देखो 4 डाउन हो जाएगा। फिर यह कपड़े के बैक फेस साइड ते लूप फॉर्मेशन करना शुरू कर देगा। सो इस तरह साडा यह वाला डिजाइन तुसीं डबल इंटरचेंजिंग पाइल स्ट्रक्चर 3 पिक 4 पिक 5 पिक ते 6 पिक टैरी दे विच भी बना सकते हो। नैक्सट साडे कोल टाइप है डॉबी चेक इफेक्ट। इस दे विचों कह रहा है कि इन दिस स्ट्रक्चर देयर इज अ फॉर्मेशन ऑफ चेक इफेक्ट ऑन द सरफेस ऑफ द फैब्रिक। यह की है टावल फैब्रिक दे विच चेक इफेक्ट प्रोड्यूस करने लई यह वाला मैथड अडॉप्ट किया जाता है।
ਸੱਚ ਫੈਬਰਿਕ ਪ੍ਰੋਡਿਊਸਿਸ ਚੈੱਕ ਇਫੈਕਟ ਔਨ ਦਾ ਬੋਥ ਸਾਈਡ ਆਫ ਦਾ ਫੈਬਰਿਕ। ਇਹ ਕੱਪੜੇ ਇਹ ਟਾਵਲ ਫੈਬਰਿਕ ਦੇ ਉੱਤੇ ਚੈੱਕ ਇਫੈਕਟ ਪ੍ਰੋਡਿਊਸ ਕਰਦਾ ਔਨ ਦਾ ਬੋਥ ਸਾਈਡ ਆਫ ਦਾ ਫੈਬਰਿਕ। ਇਸ ਨੂੰ ਵੀ 3 ਪਿਕ 4 ਪਿਕ 5 ਪਿਕ 6 ਪਿਕ ਦੇ ਹਿਸਾਬ ਨਾਲ ਬਣਾਇਆ ਗਿਆ। ਹੁਣ ਇਸ ਦੇ ਵਿੱਚ ਕੀ ਹੈ, ਤੁਸੀਂ ਇਹ 12 ਬਾय 16 ਦਾ ਗ੍ਰਾਫ ਲਿਆ, ਇਸ ਨੂੰ ਇਸ ਤਰ੍ਹਾਂ 4 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਲੈਣਾ। 4 ਹਿੱਸਿਆਂ ਦੇ ਵਿੱਚ ਡਿਵਾਈਡ ਕਰਕੇ ਉਸ ਤੋਂ ਬਾਅਦ ਵਾਰਪ ਉਸੇ ਤਰ੍ਹਾਂ ਹੀ ਸੇਮ ਗਰਾਊਂਡ ਪਾਇਲ ਗਰਾਊਂਡ ਪਾਇਲ ਗਰਾਊਂਡ ਪਾਇਲ, ਠੀਕ ਹੈ, ਤੇ ਗਰਾਊਂਡ ਪਾਇਲ ਗਰਾਊਂਡ ਪਾਇਲ ਗਰਾਊਂਡ ਪਾਇਲ। ਉਸ ਤੋਂ ਬਾਅਦ 3 ਪਿਕ ਟੈਰੀ ਦੇ ਹਿਸਾਬ ਨਾਲ 1 2 3 1 2 3 1 2 3 1 2 3 3 ਪਿਕ ਟੈਰੀ ਦਾ ਅਸੀਂ ਬੇਸ ਲਿਆ। ਅਸੀਂ ਗਰਾਊਂਡ ਦੇ ਵਿੱਚ V ਭਰਤੀ 2 ਅਪ 1 ਡਾਊਨ 2 ਅਪ 1 ਡਾਊਨ, ਠੀਕ ਹੈ, 2 ਅਪ 1 ਡਾਊਨ 2 ਅਪ 1 ਡਾਊਨ। ਦੂਸਰੇ ਗਰਾਊਂਡ ਦੇ ਵਿੱਚ 2 ਡਾਊਨ 2 ਅਪ 2 ਡਾਊਨ 2 ਅਪ 2 ਡਾਊਨ 1 ਅਪ 2 ਡਾਊਨ 1 ਅਪ 2 ਡਾਊਨ 1 ਅਪ। ਮੀਨਸ ਜੋ G1 ਕੰਮ ਕਰਦਾ ਪਿਆ, ਜਿਹੜਾ ਦੂਸਰਾ ਗਰਾਊਂਡ ਤੇ ਧਾਗਾ ਉਸ ਦੇ ਰਿਵਰਸ ਕੰਮ ਕਰੇਗਾ। ਅਸੀਂ ਰਿਬ ਵੀਵ ਲੈ ਲਈ ਹੈ, ਵਾਰਪ ਰਿਬ ਵੀਵ, ਠੀਕ ਹੈ। ਗਰਾਊਂਡ ਸਾਰੇ ਗ੍ਰਾਫ ਦੇ ਵਿੱਚ ਗਰਾਊਂਡ ਸੇਮ ਆਏਗੀ, ਬਟ ਫਰਕ ਕੀ ਹੈ, ਹੁਣ ਤੁਸੀਂ ਇਸ ਦੇ ਵਿੱਚ ਜਿਹੜਾ ਹੈ, ਹੁਣ ਪਾਇਲ ਦੇ ਧਾਗੇ ਦੀ ਵਰਕਿੰਗ ਭਰਨੀ ਹੈ। ਹੁਣ ਜਦੋਂ ਪਾਇਲ ਦੇ ਧਾਗੇ ਦੀ ਵਰਕਿੰਗ ਭਰਨੀ ਹੈ, ਇੰਨੇ ਸੈਕਸ਼ਨ ਦੇ ਵਿੱਚ ਇਹ 4 ਹਿੱਸਿਆਂ 'ਚ ਵੰਡਿਆ ਗਿਆ ਸੀ। ਇਹ ਚਾਹੇ ਲੈ ਲਈ 2 ਅਪ 1 ਡਾਊਨ 2 ਅਪ 1 ਡਾਊਨ। ਸਾਰੇ ਇੰਨੇ 1 ਨੰਬਰ ਬਾਕਸ ਦੇ ਵਿੱਚ ਪਾਇਲ ਦੇ ਧਾਗੇ ਸੇਮ ਕੰਮ ਕਰਨਗੇ, 2 ਅਪ 1 ਡਾਊਨ 2 ਅਪ 1 ਡਾਊਨ। ਦੂਸਰਾ ਪਾਇਲ ਦਾ ਧਾਗਾ ਵੀ 2 ਅਪ 1 ਡਾਊਨ 2 ਅਪ 1 ਡਾਊਨ। ਥਰਡ ਪਾਇਲ ਦਾ ਧਾਗਾ ਵੀ 2 ਅਪ 1 ਡਾਊਨ 2 ਅਪ 1 ਡਾਊਨ। ਚੌਥਾ ਪਾਇਲ ਦਾ ਧਾਗਾ ਵੀ 2 ਅਪ 1 ਡਾਊਨ 2 ਅਪ 1 ਡਾਊਨ। ਹੁਣ ਰਾਈਟ ਸਾਈਡ ਤੇ ਜਿਹੜੇ ਪਾਇਲ ਦੇ ਧਾਗੇ ਜਿਸ ਪਿਕ ਤੇ 3 ਨੰਬਰ ਪਿਕ ਤੇ ਡਾਊਨ ਸੀ, ਇੱਧਰ ਹੈ ਦੇਖੋ 2 ਅਪ, ਇਹ ਹੈਗਾ ਸੀ 2 ਅਪ 1 ਡਾਊਨ। 3 ਨੰਬਰ ਪਿਕ ਤੇ ਡਾਊਨ ਹੈ 2 ਅਪ 1 ਡਾਊਨ। 3 ਨੰਬਰ ਪਿਕ ਤੇ ਡਾਊਨ ਹੈ, ਜਿੱਥੇ ਜਿੱਥੇ ਡਾਊਨ ਹੈ ਉੱਥੇ ਪਾਇਲ ਦਾ ਧਾਗਾ ਦੂਸਰੇ ਸੈਕਸ਼ਨ ਦੇ ਵਿੱਚ ਅਪ ਹੋ ਜਾਏਗਾ। ਇੱਥੇ 2 ਡਾਊਨ 1 ਅਪ 2 ਡਾਊਨ 1 ਅਪ। ਅਗਲਾ ਪਾਇਲ ਦਾ ਧਾਗਾ 2 ਡਾਊਨ 1 ਅਪ 2 ਡਾਊਨ 1 ਅਪ। ਅਗਲਾ ਪਾਇਲ ਦਾ ਧਾਗਾ 2 ਡਾਊਨ 1 ਅਪ 2 ਡਾਊਨ 1 ਅਪ। ਇਸ ਤੋਂ ਬਾਅਦ ਪਾਇਲ ਦਾ ਧਾਗਾ 2 ਡਾਊਨ 1 ਅਪ 2 ਡਾਊਨ 1 ਅਪ। ਸੋ ਇਸ ਤਰ੍ਹਾਂ ਜਿਹੜਾ ਸਾਡਾ ਹੁਣ ਲੂਪਸ ਫਾਰਮੇਸ਼ਨ ਹੈ ਕੱਪੜੇ ਦੇ ਸਰਫੇਸ ਤੇ, ਹੁਣ ਇੱਥੇ ਫੇਸ ਤੇ ਇੱਥੇ ਫਾਰਮ ਹੋਏਗੀ, ਨੈਕਸਟ ਸੈਕਸ਼ਨ ਦੇ ਵਿੱਚ ਕੱਪੜੇ ਦੇ ਬੈਕ ਸਾਈਡ ਤੇ ਫਾਰਮ ਹੋਏਗੀ। ਤੇ ਇਸ ਤਰ੍ਹਾਂ ਜੋ ਵਰਕਿੰਗ 1 ਨੰਬਰ ਦੇ ਵਿੱਚ ਹੈ ਉਹ ਸੇਮ ਵਰਕਿੰਗ 3 ਨੰਬਰ ਸੈਕਸ਼ਨ ਦੇ ਵਿੱਚ ਹੈ। ਜੋ ਵਰਕਿੰਗ 2 ਨੰਬਰ ਸੈਕਸ਼ਨ ਬਾਕਸ ਦੇ ਵਿੱਚ ਹੈ ਉਹ 4 ਨੰਬਰ ਸੈਕਸ਼ਨ ਦੇ ਵਿੱਚ ਹੈ। ਮੀਨਸ 1 ਨੰਬਰ ਤੇ 3 ਨੰਬਰ ਦੀ ਵਰਕਿੰਗ ਸੇਮ ਹੈ ਤੇ ਇੱਧਰ 2 ਨੰਬਰ ਤੇ 4 ਨੰਬਰ ਦੀ ਵਰਕਿੰਗ ਸੇਮ ਹੈ। ਸੋ ਇਸ ਤਰ੍ਹਾਂ ਸਾਡੇ ਕੱਪੜੇ ਦੇ ਵਿੱਚ ਚੈੱਕ ਇਫੈਕਟ ਪ੍ਰੋਡਿਊਸ ਹੋ ਜਾਏਗਾ। ਇਸ ਨੂੰ ਡੌਬੀ ਚੈੱਕ ਇਫੈਕਟ ਕਿਉਂ ਕਿਹਾ ਜਾ ਰਿਹਾ ਹੈ? ਕਿਉਂਕਿ ਇਹ ਜਿਹੜਾ ਚੈੱਕ ਇਫੈਕਟ ਟਾਵਲ ਫੈਬਰਿਕ ਦੇ ਵਿੱਚ ਪ੍ਰੋਡਿਊਸ ਕੀਤਾ ਜਾਂਦਾ, ਦੈਟ ਇਜ਼ ਵਿਦ ਦੀ ਹੈਲਪ ਆਫ ਡੌਬੀ। ਸੋ ਇਸ ਕਰਕੇ ਇਸ ਨੂੰ ਡੌਬੀ ਚੈੱਕ ਇਫੈਕਟ ਕਿਹਾ ਜਾ ਰਿਹਾ ਹੈ। ਹੁਣ ਅਗਲਾ ਡਿਜ਼ਾਈਨ ਹੈ 4 ਪਿਕ ਟੈਰੀ। 4 ਪਿਕ ਟੈਰੀ ਦੇ ਵਿੱਚ ਵੀ ਇਹੀ ਹੈ, 16 ਬਾय 16 ਦਾ ਗ੍ਰਾਫ ਲੈ ਲਿਆ, ਠੀਕ ਹੈ। ਇਹ 4 ਪਿਕ ਟੈਰੀ ਹੈ, 1 2 3 4 1 2 3 4 1 4 ਪਿਕਾਂ ਲੈ ਲਈਆਂ 1 2 3 4, ਠੀਕ ਹੈ। ਗਰਾਊਂਡ ਸਾਰੀ ਪਿੰਕ ਕਲਰ ਦੇ ਨਾਲ ਤੁਸੀਂ ਪਲੇਨ ਵੀ ਭਰ ਦੇਣੀ ਹੈ, ਠੀਕ ਹੈ। ਉਸ ਤੋਂ ਬਾਅਦ 4 ਪਿਕ ਦਾ ਡਿਜ਼ਾਈਨ ਹੈ, ਇਹਨੂੰ ਅਸੀਂ ਕਰਤਾ 3 ਅਪ 1 ਡਾਊਨ 3 ਅਪ 1 ਡਾਊਨ। ਇਹਦੀ ਤੇ 1 ਨੰਬਰ ਤੇ 3 ਨੰਬਰ ਬਾਕਸ ਦੀ ਵਰਕਿੰਗ ਸੇਮ ਹੈ। ਹੁਣ ਜੁੜੇ ਧਾਗੇ ਪਾਇਲ ਦੇ ਇੱਧਰ ਡਾਊਨ ਹੈ ਉਹ ਰਾਈਟ ਦੂਜੇ ਸੈਕਸ਼ਨ ਦੇ ਵਿੱਚ ਉਹ ਅਪ ਕਰ ਦੇਣੇ, ਤੇ ਜਿਹੜੇ ਇੱਧਰ ਅਪ ਸੀ ਉਹ ਦੂਜੇ ਬਾਕਸ ਦੇ ਵਿੱਚ ਡਾਊਨ ਕਰ ਦੇਣੇ। ਸੋ ਇਸ ਤਰ੍ਹਾਂ 2 ਨੰਬਰ ਤੇ 4 ਨੰਬਰ ਬਾਕਸ ਦੀ ਵਰਕਿੰਗ ਵੀ ਸੇਮ ਹੈ। ਇਸ ਤਰ੍ਹਾਂ ਇਹ 4 ਪਿਕ ਟੈਰੀ ਡਿਜ਼ਾਈਨ ਦੇ ਨਾਲ 4 ਪਿਕ ਟੈਰੀ ਦੇ ਨਾਲ ਇਹ ਚੈੱਕ ਇਫੈਕਟ ਕੱਪੜੇ 'ਚ ਪ੍ਰੋਡਿਊਸ ਹੋ ਜਾਏਗਾ। ਹੁਣ ਇਸੇ ਤਰ੍ਹਾਂ ਹੀ 5 ਪਿਕ ਦਾ ਵੀ ਇਸੇ ਤਰ੍ਹਾਂ ਹੀ ਹੈ, ਸਾਡੇ ਕੋਲ 5 ਪਿਕਸ ਆ ਜਾਣਗੀਆਂ। ਮੈਂ ਇੱਥੇ ਵਰਕਿੰਗ ਰਿਲੀਫ ਪਾਇਲ ਦੇ ਧਾਗਿਆਂ ਦੀ, ਇੱਥੇ ਗਰਾਊਂਡ ਅਸੀਂ ਲੈ ਲਈ 3 ਅਪ 2 ਡਾਊਨ ਦੀ, 3 ਅਪ 2 ਡਾਊਨ। ਸਾਰੇ ਡਿਜ਼ਾਈਨ ਸਾਰੇ ਗ੍ਰਾਫ ਦੇ ਵਿੱਚ ਸੇਮ ਹੈ, 20 ਬਾय 16 ਦਾ ਡਿਜ਼ਾਈਨ ਹੈ। ਤੇ ਜਿਹੜੀ ਪਾਇਲ ਹੈ ਉਹ ਅਸੀਂ ਕੀ ਕਰਤਾ 4 ਅਪ 1 ਡਾਊਨ 4 ਅਪ 1 ਡਾਊਨ। ਸੋ ਇਸੇ ਤਰ੍ਹਾਂ 1 ਨੰਬਰ ਦੀ ਵਰਕਿੰਗ ਤੇ 3 ਨੰਬਰ ਦੀ ਵਰਕਿੰਗ ਸੇਮ ਕਰਤੀ। ਜਿਹੜੇ ਧਾਗੇ ਪਾਇਲ ਦੇ ਇੱਥੇ ਡਾਊਨ ਸੀ, ਜਿਹੜੇ ਧਾਗੇ ਜਾਂ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਧਾਗੇ ਪਾਇਲ ਦੇ 1 ਨੰਬਰ ਬਾਕਸ ਦੇ ਵਿੱਚ ਅਪ ਹੈਗੇ ਸੀ ਉਹ ਇੱਥੇ ਡਾਊਨ ਕਰ ਦਿੰਦੇ, ਤੇ ਜਿਹੜੇ 1 ਨੰਬਰ ਬਾਕਸ ਦੇ ਵਿੱਚ ਡਾਊਨ ਸੀ ਉਹ ਰਾਈਟ ਸਾਈਡ ਤੇ ਅਸੀਂ ਅਪ ਕਰ ਦਿੰਦੇ ਗ੍ਰੀਨ ਕਲਰ ਦੇ ਨਾਲ। ਸੋ 2 ਨੰਬਰ ਤੇ 4 ਨੰਬਰ ਦੀ ਵਰਕਿੰਗ ਵੀ ਸੇਮ ਹੈ। ਸੋ ਇਸ ਤਰ੍ਹਾਂ ਸਾਡੇ ਕੋਲ ਚੈੱਕ ਇਫੈਕਟ ਪ੍ਰੋਡਿਊਸ ਹੋ ਜਾਏਗਾ। ਇਸੇ ਤਰ੍ਹਾਂ 6 ਪਿਕਸ ਟੈਰੀ ਦਾ ਵੀ ਸੇਮ ਡਿਜ਼ਾਈਨ ਹੈ। ਸੋ ਇਸ ਤਰ੍ਹਾਂ ਅਸੀਂ ਕੱਪੜੇ ਦੇ ਵਿੱਚ ਚੈੱਕ ਇਫੈਕਟ ਕੱਪੜੇ 'ਚ ਪ੍ਰੋਡਿਊਸ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਲਾਸਟ ਟਾਈਪ ਹੈ ਫਿਗਰ ਟੈਰੀ ਪਾਇਲ। ਫਿਗਰ ਟੈਰੀ ਪਾਇਲ ਦੇ ਵਿੱਚ ਕੀ ਹੈ, देयर इज अ फॉर्मेशन ऑफ फिगर ऑन द सरफेस ऑन द फैब्रिक सरफेस। ਅਸੀਂ ਇਸ ਪਾਰਟਿਕੂਲਰ ਟਾਵਲ ਫੈਬਰਿਕ ਦੇ ਵਿੱਚ ਕੀ ਹੈ, ਟਾਵਲ ਫੈਬਰਿਕ ਦੇ ਉੱਤੇ
ਅਸੀਂ ਕੋਈ ਫਿਗਰ ਕ੍ਰੀਏਟ ਕਰਦੇ ਹਾਂ, ਡੈਕੋਰੇਟਿਵ ਪੈਟਰਨ ਕ੍ਰੀਏਟ ਕਰਦੇ ਹਾਂ। Such figure can be produced by various colored yarn in warp direction। ਇਹ ਅਸੀਂ ਜਿਹੜਾ ਫਿਗਰ ਪੈਟਰਨ ਹੈ ਅਸੀਂ ਕ੍ਰੀਏਟ ਕਰ ਸਕਦੇ ਹਾਂ by using various types of colored yarn in the warp direction। ਹੁਣ ਇਸ ਪਾਰਟਿਕੂਲਰ ਗ੍ਰਾਫ ਦੇ ਵਿੱਚ ਅਸੀਂ ਕੀ ਕੀਤਾ, ਇਹ ਵਾਲੀ ਫਿਗਰ ਆਪਣੀ ਮਰਜ਼ੀ ਦੇ ਨਾਲ ਲੈ ਲਈ, ਤੁਸੀਂ ਕੋਈ ਵੀ ਫਿਗਰ ਲੈ ਸਕਦੇ ਹੋ, ਠੀਕ ਹੈ। ਇਹ ਸਾਡਾ ਫਿਗਰ ਪੋਰਸ਼ਨ ਹੈ, ਇਹ ਸਾਡਾ ਫਿਗਰ ਪੋਰਸ਼ਨ ਹੈ। ਗਰਾਊਂਡ ਸੇਮ ਹੈ, ਗਰਾਊਂਡ ਪਾਇਲ, ਗਰਾਊਂਡ ਪਾਇਲ, ਗਰਾਊਂਡ ਪਾਇਲ, ਗਰਾਊਂਡ ਪਾਇਲ। 3 ਆਏ ਅਸੀਂ ਜਿਹੜਾ ਗਰਾਊਂਡ ਹੈ ਉਹ ਅਸੀਂ ਪਲੇਨ ਲੈ ਲਈਏ, 1 ਅਪ 1 ਡਾਊਨ 1 ਅਪ 1 ਡਾਊਨ 1 ਅਪ 1 ਡਾਊਨ। 4 ਪਿਕ ਟੈਰੀ ਦਾ ਡਿਜ਼ਾਈਨ ਹੈ, 4 ਪਿਕ ਟੈਰੀ ਦਾ, 4 ਪਿਕ ਟੈਰੀ ਦਾ ਡਿਜ਼ਾਈਨ ਹੈ, ਠੀਕ ਹੈ। ਗਰਾਊਂਡ ਅਸੀਂ ਪਲੇਨ ਲੈ ਲਈਏ ਤੇ ਪਾਇਲ ਦੇ ਧਾਗੇ ਨੇ ਜਿਹੜੇ ਤੇ ਡਿਜ਼ਾਈਨ ਜਿਹੜੇ ਜੋ ਵੀ ਅਸੀਂ ਫਿਗਰ ਇਹ ਵਾਲੀ ਫਿਗਰ ਅਸੀਂ ਬਣਾ ਰਹੇ, ਇਸ ਤੋਂ ਬਾਅਦ ਜਿਹੜਾ ਡਿਜ਼ਾਈਨ ਆ ਉੱਥੇ ਅਸੀਂ 3 ਅਪ 1 ਡਾਊਨ ਕਰਤਾ, 3 ਅਪ 1 ਡਾਊਨ 3 ਅਪ। ਪਾਇਲ ਦੇ ਧਾਗੇ ਸਾਰਿਆਂ ਦੇ ਗ੍ਰਾਫ ਦੇ ਵਿੱਚ ਇਸ ਫਿਗਰ ਤੋਂ ਬਾਅਦ ਅਸੀਂ ਵਰਕਿੰਗ ਸੈੱਟ ਕਰਤੀ 3 ਅਪ 1 ਡਾਊਨ 3 ਅਪ 1 ਡਾਊਨ ਗ੍ਰੀਨ ਕਲਰ ਦੇ ਨਾਲ, 3 ਅਪ 1 ਡਾਊਨ 3 ਅਪ 1 ਡਾਊਨ, ਜਿਸ ਤਰ੍ਹਾਂ ਡਬਲ ਫੇਸ ਸੀ। ਬਟ ਗ੍ਰਾਫ ਦੇ ਅੰਦਰ ਜਿਹੜੇ ਧਾਗੇ ਪਾਇਲ ਦੇ ਬਾਹਰ ਅਪ ਸੀ ਉਹ ਅੰਦਰ ਡਾਊਨ ਕਰ ਦਿੰਦੇ ਤੇ ਜਿੱਥੇ ਡਾਊਨ ਸੀ ਉਹ ਅਪ ਕਰ ਦੇਣੇ। ਇਹ ਦੇਖੋ, ਇਹ ਡਾਊਨ ਸੀ, ਇੱਥੇ ਅਪ ਕਰਤਾ, ਇਹ ਛੱਡ ਕੇ ਇਹ ਅਪ ਕਰਤਾ, ਅਪ ਅਪ ਅਪ। ਇਸੇ ਤਰ੍ਹਾਂ ਹੀ ਇੱਥੇ ਇਹ ਬਾਹਰ ਇਸ ਪੋਜੀਸ਼ਨ ਤੇ 4 ਨੰਬਰ ਪਿਕ ਤੇ ਡਾਊਨ ਸੀ, ਇੱਧਰ ਅੰਦਰ ਅਪ ਹੋ ਗਿਆ, ਅਪ 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 ਅਪ। ਹੁਣ ਇੱਥੇ ਫਿਰ ਅਗਲੀ ਪੋਜੀਸ਼ਨ ਇੱਥੇ ਡਾਊਨ ਸੀ, ਇੱਥੇ ਵੀ ਡਾਊਨ ਸੀ, ਬਟ ਇਹਦੇ ਅੰਦਰ ਅਪ ਹੋ ਜਾਣਾ, ਫਿਗਰ ਦੇ ਅੰਦਰ ਅਪ ਹੋ ਜਾਣੇ ਉਸ ਪੋਜੀਸ਼ਨ ਤੇ। ਮੀਨਸ ਜੋ ਧਾਗੇ ਪਾਇਲ ਦੇ ਜਿਸ 4 ਨੰਬਰ ਪਿਕ ਤੇ ਡਾਊਨ ਸੀ ਉਹ ਸਾਰੇ ਅਸੀਂ ਫਿਗਰ ਦੇ ਅੰਦਰ ਉਹ ਵਾਲੇ ਪਾਇਲ ਦੇ ਧਾਗੇ ਅਸੀਂ ਅਪ ਕਰ ਦੇਣੇ, ਤੇ ਜਿੱਥੇ ਬਾਹਰ ਪਾਇਲ ਦੇ ਧਾਗੇ ਪਹਿਲੀਆਂ 3 ਪਿਕਾਂ ਤੇ ਅਪ ਸੀ ਉਹ ਅਸੀਂ ਫਿਗਰ ਦੇ ਅੰਦਰ ਡਾਊਨ ਕਰ ਦੇਣੇ। ਆ ਦੇਖੋ ਡਾਊਨ ਕੀਤੇ, ਜਿਸ ਤਰ੍ਹਾਂ ਡਬਲ ਫੇਸ ਦਾ ਡਿਜ਼ਾਈਨ ਬਣਦਾ ਸੀ। ਸੋ ਇਸ ਤਰ੍ਹਾਂ ਤੁਹਾਡਾ ਇਹ ਵਾਲਾ ਫਿਗਰ ਟੈਰੀ ਪਾਇਲ ਦਾ ਡਿਜ਼ਾਈਨ ਵੀ ਅਸੀਂ ਕ੍ਰੀਏਟ ਕਰ ਸਕਦੇ ਹਾਂ ਔਨ ਦਾ ਟਾਵਲ ਫੈਬਰਿਕ। ਸੋ ਇਹ ਸੀ ਸਾਡਾ ਅੱਜ ਦਾ ਟੌਪਿਕ ਕਿ ਅਸੀਂ ਟੈਰੀ ਪਾਇਲ ਸਟਰਕਚਰ ਨੂੰ ਕਿਸ ਤਰ੍ਹਾਂ ਗ੍ਰਾਫ ਪੇਪਰ ਤੇ ਕੰਸਟਰਕਟ ਕਰ ਸਕਦੇ ਹਾਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੇ ਵੱਲੋਂ ਦਿੱਤਾ ਲੈਕਚਰ ਸਮਝ ਆ ਗਿਆ ਹੋਵੇਗਾ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੋਏਗੀ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਥੈਂਕ ਯੂ।